महला चौथा। सुन साजन प्रेम संदेसरा, अखी तार लगन, गुर तुठै सज्जन मेलिया, जन नानक सुख सवन। ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 302 ਤੇ ਅੰਕਿਤ ਹੈ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ, ਇਹਨੂੰ ਅੱਖੀ ਨਹੀਂ ਪੜਨਾ, ਐੜੇ ਦੇ ਉੱਤੇ ਅਧਕ ਲਗਾ ਕੇ ਤੇ ਖੱਖੇ ਦੀ ਬਿਹਾਰੀ ਨਾਲ ਬਿੰਦੀ ਦਾ ਉਚਾਰਨ ਹੋਏਗਾ ਅੱਖੀ। ਅੱਖੀ ਦਾ ਮਤਲਬ ਅੱਖਾਂ ਦੇ ਨਾਲ। ਸੁਣ ਦਾ ਮਤਲਬ ਸੁਣ ਕੇ, ਸੱਜਣ ਦਾ ਪਿਆਰ ਸੁਨੇਹਾ ਸੁਣ ਕੇ ਅੱਖਾਂ ਦੀ ਨੀਝ ਉਡੀਕ ਵਿੱਚ ਲੱਗ ਜਾਂਦੀ ਹੈ। ਯਾਨੀ ਸੱਜਣ ਪ੍ਰਭੂ ਦਾ ਪਿਆਰ ਭਰਿਆ ਸੁਨੇਹਾ ਸੁਣ ਕੇ ਜਿਨ੍ਹਾਂ ਦੀਆਂ ਅੱਖੀਆਂ ਤਾਰ ਵਿੱਚ ਭਾਵ ਦੀਦਾਰ ਦੀ ਤਾਂਘ ਵਿੱਚ ਲੱਗ ਜਾਂਦੀਆਂ ਨੇ, ਪ੍ਰਭੂ ਦਾ ਸੰਦੇਸਰਾ ਸੁਣ ਕੇ, ਇਹ ਗੱਲ ਸੁਣ ਕੇ ਕਿ ਮੈਂ ਅੱਖਾਂ ਦੇ ਨਾਲ ਪ੍ਰਭੂ ਨੂੰ ਵੇਖ ਸਕਣਾ, ਮੈਂ ਪ੍ਰਭੂ ਦੇ ਦੀਦਾਰ ਕਰ ਸਕਦਾ, ਮੇਰਾ ਮਿਲਾਪ ਹੋ ਸਕਦਾ ਹੈ, ਤਾਂ ਫਿਰ ਅੱਖਾਂ ਜਿਹੜੀਆਂ ਨੇ ਦੀਦਾਰ ਦੇ ਵਿੱਚ ਲੱਗ ਜਾਂਦੀਆਂ ਨੇ, ਭਾਵ ਕਿ ਅੰਦਰ ਇੱਕ ਪ੍ਰੀਤ ਜਾਗਦੀ ਹੈ ਕਿ ਮੈਂ ਇਹਨਾਂ ਦੀਦਿਆਂ ਦੇ ਨਾਲ ਦਾਤੇ ਦਾ ਦੀਦਾਰ ਕਰਾਂ। ਇਹ ਗੱਲ ਨੂੰ ਫਿਰ ਸੁਣ ਲਓ, ਜਿਨ੍ਹਾਂ ਦੀਆਂ ਅੱਖਾਂ ਵਿੱਚ ਪ੍ਰੀਤਮ ਦੇ ਦੀਦਾਰ ਦੀ ਤਾਂਘ ਲੱਗ ਜਾਂਦੀ ਹੈ, ਸੱਜਣ ਦਾ ਸੁਨੇਹਾ ਸੁਣ ਕੇ, ਮਿਲਾਪ ਦੀ ਪੋਸੀਬਿਲਿਟੀ ਜਾਣ ਕੇ ਕਿ ਮੇਰਾ ਵੀ ਮਿਲਾਪ ਹੋ ਸਕਦਾ ਹੈ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵਨ। ਗੁਰ ਦਾ ਮਤਲਬ ਗੁਰੂ ਨੇ, ਜੇ ਰਾਰਾ ਮੁਕਤਾ ਹੁੰਦਾ ਗੁਰ ਦਾ ਤਾਂ ਸੰਬੋਧਨ ਵਾਚਕ ਸ਼ਬਦ ਹੋਣਾ ਸੀ, ਅਰਥ ਹੋਣਾ ਸੀ ਹੇ ਗੁਰੂ। ਪਰ ਇੱਥੇ ਗੁਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਗੁਰੂ ਨੇ। ਤੁਠੇ ਦਾ ਮਤਲਬ ਪ੍ਰਸੰਨ ਹੋ ਕੇ, ਮੇਲਿਆ ਦਾ ਮਤਲਬ ਮਿਲਾ ਦਿੱਤਾ ਸੱਜਣ। ਜਨ ਨਾਨਕ ਸੁਖ ਸਵਨ। ਸੁਖ ਸਵਨ ਦਾ ਮਤਲਬ, ਸਵਨ ਦਾ ਮਤਲਬ ਹੁੰਦਾ ਸੌਣਾ, ਸੌਂਦੇ ਨੇ, ਸੁਖ ਵਿੱਚ ਸੌਂਦੇ ਨੇ, ਮੀਨਸ ਉਹ ਲੀਨ ਹੋ ਜਾਂਦੇ ਨੇ, ਸੁਖ ਦੇ ਅੰਦਰ ਟਿਕੇ ਰਹਿੰਦੇ ਨੇ। ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਦੇ ਨਾਲ ਮਿਲਾਇਆ ਤੇ ਉਹ ਇਨਸਾਨ ਸੁਖ ਦੇ ਅੰਦਰ ਹਮੇਸ਼ਾ ਟਿਕੇ ਰਹਿੰਦੇ ਨੇ। ਆਖਰੀ ਅਰਥ ਤਾਂ ਸਮਝ ਆ ਗਏ। ਹੁਣ ਇਹਨਾਂ ਦੋਵਾਂ ਪੰਕਤੀਆਂ ਦਾ ਭਾਵ ਕੀ ਹੈ? ਇੱਥੋਂ ਸਾਨੂੰ ਜ਼ਿੰਦਗੀ ਜੀਣ ਲਈ ਕਿਹੜੀ ਚੀਜ਼ ਮਿਲ ਰਹੀ ਹੈ ਕਿ ਗੁਰੂ ਸਾਨੂੰ ਇਹ ਦੱਸਦਾ ਹੈ ਕਿ ਹਰ ਇਨਸਾਨ ਰੱਬ ਦਾ ਰੂਪ ਹੈ ਔਰ ਹਰ ਇਨਸਾਨ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਹੁਣ ਇਹ ਸੁਣ ਕੇ ਕਿ ਮੇਰੇ ਅੰਦਰ ਐਸੀ ਪੋਸੀਬਿਲਿਟੀ ਹੈ, ਸੰਭਾਵਨਾ ਹੈ, ਮੈਂ ਇੰਨਾ ਮਹਾਨ ਹੋ ਸਕਦਾ ਹਾਂ, ਤੇ ਜਿਹਦੇ ਅੰਦਰ ਫਿਰ ਉਸ ਦੀਦਾਰ ਦੀ, ਮਿਲਾਪ ਦੀ ਤਾਂਘ ਪੈਦਾ ਹੋ ਜਾਏ ਕਿ ਮੈਂ ਐਸਾ ਬਣਾ, ਐਸਾ ਹੋਵਾਂ, ਮੈਂ ਇਸ ਚੀਜ਼ ਨੂੰ ਮਾਣਾ, ਫਿਰ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਏਗਾ ਕਿ ਗੁਰਦੇਵ ਪਾਤਸ਼ਾਹ ਕੀ ਢੰਗ ਤਰੀਕਾ ਹੈ। ਗੁਰੂ ਉਸ ਨੂੰ ਗਿਆਨ ਦੀ ਦਾਤ ਦੇਵੇਗਾ, ਗੁਰੂ ਉਸ ਨੂੰ ਇੱਕ ਸੋਚ ਦੇਵੇਗਾ, ਗੁਰੂ ਨੂੰ ਵੇ ਆਫ ਲਾਈਫ ਦੱਸੇਗਾ, ਤੇ ਫਿਰ ਜਿਹੜਾ ਇਨਸਾਨ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਏਗਾ, ਉਹ ਰੱਬ ਦੇ ਅੰਦਰ ਮਿਲ ਜਾਏਗਾ, ਉਹ ਰੱਬ ਵਰਗਾ ਹੋ ਜਾਏਗਾ, ਤੇ ਉਹ ਇਨਸਾਨ ਫਿਰ ਸੁੱਖ ਦੇ ਅੰਦਰ ਸਵੇਂਗਾ, ਸੁੱਖ ਦੇ ਅੰਦਰ ਟਿਕਿਆ ਰਹੇਗਾ, ਸੁੱਖ ਵਿੱਚ ਲੀਨ ਹੋ ਜਾਏਗਾ, ਉਹਦੀ ਜ਼ਿੰਦਗੀ ਦੇ ਅੰਦਰ ਸदैव ਸੁੱਖ ਬਣ ਜਾਏਗਾ। ਜੇ ਅਸੀਂ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਈਏ, ਜਿਹੜੇ ਰੱਬੀ ਗੁਣ ਨੇ ਉਹਨਾਂ ਦੇ ਅੰਦਰ ਜੇ ਅਸੀਂ ਸੁਰਤ ਨੂੰ ਟਿਕਾ ਲਈਏ, ਜੇ ਸਾਡੀ ਸੋਚ ਦੇ ਅੰਦਰ ਗੁਣ ਵਸ ਜਾਣ, ਸਾਡੀ ਸੋਚ ਗੁਣਾਂ ਵਿੱਚ ਵਸ ਜਾਏ, ਇੱਕਮਿਕ ਹੋ ਜਾਏ, ਤਾਂ ਫਿਰ ਜੀਵਨ ਦੇ ਅੰਦਰ ਸੁੱਖ ਔਰ ਸ਼ਾਂਤੀ ਹੀ ਪੈਦਾ ਹੋ ਜਾਏਗੀ। ਉਹ ਇਨਸਾਨ ਸੁਖੀ ਵਸ ਸਕਦੇ ਨੇ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੈ, ਮਹਿਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਜਿਹੜਾ ਹੈ ਨਾ, ਦਾਤਾ ਹੈ, ਦਾਤਾ ਬਖਸ਼ਣ ਵਾਲਾ ਹੈ। ਦਾਤਾ ਦਾ ਮਤਲਬ ਦਾਤਾ ਬਖਸ਼ਣ ਵਾਲਾ, ਦਇਆਲ ਦਾ ਮਤਲਬ ਦਇਆ ਦਾ ਘਰ। ਸਤਿਗੁਰੂ ਦਇਆ ਦਾ ਘਰ ਹੈ ਔਰ ਉਹ ਦਾਤਾ ਬਖਸ਼ਣ ਵਾਲਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਗੁਰੂ ਹੈ ਹੀ ਦਇਆਲ। ਦਇਆਲ ਦਾ ਮਤਲਬ ਦਇਆ ਦਾ ਘਰ। ਗੁਰੂ ਦੀ ਨਜ਼ਰ ਵਿੱਚ, ਗੁਰੂ ਦੇ ਦਰ ਤੇ ਹੈ ਹੀ ਦਇਆ,
ਇੱਥੇ ਹੋਰ ਕੁਝ ਹੈ ਹੀ ਨਹੀਂ, ਕਠੋਰਤਾ ਹੈ ਹੀ ਨਹੀਂ, ਗੁਰੂ ਦੇ ਘਰ ਵਿੱਚ ਜ਼ੁਲਮ ਹੈ ਹੀ ਨਹੀਂ, ਹੈ ਹੀ ਦਇਆ। ਤੇ ਜਿੱਥੇ ਹੈ ਹੀ ਦਇਆ, ਉੱਥੋਂ ਦਇਆ ਹੀ ਮਿਲੇਗੀ, ਦੂਜੀ ਚੀਜ਼ ਮਿਲ ਹੀ ਨਹੀਂ ਸਕਦੀ, ਕਿਉਂਕਿ ਦਇਆ ਤੋਂ ਇਲਾਵਾ ਕੁਝ ਹੈ ਹੀ ਨਹੀਂ, ਹੈ ਹੀ ਦਇਆ। ਸਾਰਿਆਂ ਤੇ ਫਿਰ ਦਇਆ ਹੀ ਕਰਨਗੇ। ਦੂਜੀ ਗੱਲ, ਉਹ ਦਾਤਾਂ ਦੇਣ ਵਾਲਾ ਹੈ, ਗਿਆਨ ਦੀ ਦਾਤ ਦੇਣ ਵਾਲਾ ਹੈ। ਤਾਂ ਜਿਹੜਾ ਹੈ ਹੀ ਦਇਆ ਦਾ ਘਰ, ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ, ਉਹਦੇ ਤੇ ਦਇਆ ਕਰਕੇ ਗਿਆਨ ਦੀ ਦਾਤ ਦੇਵੇਗਾ। ਜਿਸ ਨੂੰ ਦਇਆ ਸਦਾ ਹੋਏ, ਜਿਸ ਨੂੰ ਦਾ ਮਤਲਬ ਜਿਸ ਦੇ ਹਿਰਦੇ ਦੇ ਅੰਦਰ ਸਦਾ ਦਇਆ ਹੀ ਦਇਆ ਹੈ। ਗੁਰੂ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਅੰਦਰ ਸਿਰਫ ਦਇਆ ਹੈ ਤੇ ਨਾਲ ਉਹ ਦਾਤਾਂ ਦੇਣ ਵਾਲਾ ਹੈ, ਜੀਵਨ ਜੁਗਤ ਬਖਸ਼ਣ ਵਾਲਾ ਹੈ, ਆਤਮਿਕ ਜੀਵਨ ਦੇਣ ਵਾਲਾ ਹੈ, ਗਿਆਨ ਦੀ ਦਾਤ ਦੇਣ ਵਾਲਾ ਹੈ। ਇਟ ਮੀਨਸ ਕੋਈ ਵੀ ਇਨਸਾਨ ਕਿਸੇ ਵੀ ਕੰਡੀਸ਼ਨ ਵਿੱਚ ਜੇ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਤਾਂ ਗੁਰੂ ਹਰ ਇਨਸਾਨ ਨੂੰ ਗਿਆਨ ਦੀ ਦਾਤ ਦੇਵੇਗਾ, ਗੁਰੂ ਹਰ ਇਨਸਾਨ ਨੂੰ ਇੱਕ ਜੀਵਨ ਦੀ ਜੁਗਤ ਦੇਵੇਗਾ, ਤੇ ਉਸ ਜੀਵਨ ਜੁਗਤ ਨੂੰ ਅਪਣਾ ਕੇ ਬੰਦਾ ਜਿਹੜਾ ਹੈ ਸੁਖੀ ਔਰ ਸ਼ਾਂਤ ਹੋ ਜਾਏਗਾ। ਹਰ ਇਨਸਾਨ ਨੂੰ ਗਿਆਨ ਮਿਲੇਗਾ, ਹਰ ਇੱਕ ਦੇ ਅੰਦਰ ਪੋਸੀਬਿਲਿਟੀ ਹੈ। ਲੇਕਿਨ ਹੁਣ ਦਇਆ ਪਾਏਗਾ ਕੌਣ? ਜੋ ਗੁਰੂ ਦੇ ਦਰ ਤੇ ਦਇਆ ਲੈਣ ਲਈ ਜਾਏਗਾ, ਜਿਹਨੂੰ ਦਇਆ ਦੀ ਲੋੜ ਹੈ। ਤੇ ਜੇ ਕੋਈ ਗੁਰੂ ਦੇ ਦਰ ਤੇ ਜਾਵੇ ਹੀ ਨਾ, ਬਾਬਿਆਂ ਕੋਲ ਜਾਂ ਇੱਧਰ ਉੱਧਰ ਤੁਰਦਾ ਫਿਰਦਾ ਰਹੇ, ਤਾਂ ਫਿਰ ਉਹਦੀ ਆਪਣੀ ਪ੍ਰੋਬਲਮ ਹੈ, ਉਹ ਗੁਰੂ ਦੀ ਪ੍ਰੋਬਲਮ ਨਹੀਂ ਹੈ। ਅਗਲੀ ਗੱਲ, ਗੁਰੂ ਨੇ ਸਾਨੂੰ ਗਿਆਨ ਦੀ ਦਾਤ ਦਿੱਤੀ ਕਿ ਆਪਣੇ ਗਿਆਨ ਦੀ ਵਰਤੋਂ ਠੀਕ ਕਰੋ। ਜਿਹੜੀਆਂ ਆਪਾਂ 6 ਗੱਲਾਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਕਿ ਅੱਖਾਂ ਦੇ ਨਾਲ ਤੁਸੀਂ ਰੱਬੀ ਜੋਤ ਵੇਖੋ, ਕੰਨਾਂ ਨਾਲ ਸੱਚ ਸੁਣੋ, ਜ਼ਬਾਨ ਨਾਲ ਸੱਚੇ ਪਿਆਰੇ ਬੋਲ ਬੋਲੋ, ਹੱਥਾਂ ਦੇ ਨਾਲ ਚੰਗਾ ਬਿਹੇਵ ਕਰੋ, ਵਿਹਾਰ ਚੰਗਾ ਰੱਖੋ, ਪੈਰਾਂ ਨਾਲ ਚੰਗੇ ਪਾਸੇ ਜਾਓ, ਮਨ ਕਰਕੇ ਚੰਗਾ ਸੋਚੋ। ਗੁਰੂ ਨੇ ਹੁਣ ਸਾਡੇ ਤੇ ਦਇਆ ਕਰਕੇ ਗਿਆਨ ਦੀ ਦਾਤ ਦੇ ਦਿੱਤੀ। ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਦੇ ਹਾਂ ਕਿ ਨਹੀਂ ਕਰਦੇ। ਜਿਹੜਾ ਇਹਨਾਂ ਗੱਲਾਂ ਤੇ ਅਮਲ ਕਰੇਗਾ, ਗੁਰੂ ਦੇ ਗਿਆਨ ਤੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਉਹ ਦਇਆ ਦਾ ਪਾਤਰ ਬਣ ਜਾਏਗਾ, ਉਹਨੂੰ ਸਾਰੇ ਸੁੱਖ ਮਿਲ ਜਾਣਗੇ। ਤੇ ਜੋ ਇਨਸਾਨ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰੇਗਾ, ਉਹ ਵਾਂਝਾ ਰਹਿ ਜਾਏਗਾ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਸਤਿਗੁਰੂ ਅੰਦਰੋਂ ਹੀ ਨਿਰਵੈਰ ਹੈ, ਸਤਿਗੁਰ ਦੇ ਅੰਦਰ ਵੈਰ ਹੈ ਹੀ ਨਹੀਂ। ਕਈ ਹੁੰਦੇ ਨਾ ਉੱਤੋਂ ਮਿੱਠੀਆਂ ਮਿੱਠੀਆਂ ਚੋਪੜੀਆਂ ਗੱਲਾਂ ਕਰਦੇ ਨੇ, ਪਰ ਅੰਦਰ ਉਹਨਾਂ ਦੇ ਵੈਰ ਭਾਵ, ਜੈਲਸੀ, ਈਰਖਾ, ਦਵੈਸ਼ ਟਿਕੀ ਹੁੰਦੀ ਹੈ। ਅੰਦਰ ਉਹ ਜ਼ਹਿਰ ਦੇ ਭਰੇ ਹੁੰਦੇ ਨੇ, ਬਾਹਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਪਰ ਸਤਿਗੁਰੂ ਐਸਾ ਨਹੀਂ ਹੈ, ਸਤਿਗੁਰੂ ਹੈ ਹੀ ਨਿਰਵੈਰ। ਸਤਿਗੁਰੂ ਦੇ ਅੰਦਰ ਵੈਰ ਨਾਮ ਦੀ ਚੀਜ਼ ਹੀ ਨਹੀਂ ਹੈ। ਗੁਰੂ ਦੇ ਅੰਦਰ ਈਰਖਾ, ਦਵੈਸ਼, ਵੈਰ ਵਿਰੋਧ ਹੈ ਹੀ ਨਹੀਂ। ਗੁਰੂ ਦਾ ਕੋਈ ਵੈਰ ਹੀ ਨਹੀਂ। ਅਸੀਂ ਦੇਖਦੇ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਜਨੇਊ ਆਦਿਕ ਦਾ ਇਹ ਕਰਮ ਕਾਂਡ ਨੇ, ਇਹਨਾਂ ਨੂੰ ਉਹ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਫੋਕਟ ਕਰਮ ਨੇ, ਇਹਨਾਂ ਦੇ ਨਾਲ ਪ੍ਰਭੂ ਦਾ ਮਿਲਾਪ ਜਾਂ ਸੁਖ ਸ਼ਾਂਤੀ ਨਹੀਂ ਮਿਲ ਸਕਦੀ, ਜਾਂ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ। ਉਹ ਨਹੀਂ ਚੀਜ਼ਾਂ ਨੂੰ ਮੰਨ ਰਹੇ, ਉਹ ਇੱਕ ਨਵੀਂ ਸੋਚ ਦੇ ਰਹੇ ਨੇ। ਪਰ ਉਹਨਾਂ ਦਾ ਇਹਨਾਂ ਚੀਜ਼ਾਂ ਨੂੰ ਧਾਰਨ ਕਰਨ ਵਾਲਿਆਂ ਦੇ ਨਾਲ ਵੈਰ ਨਹੀਂ ਹੈ ਕਿ ਉਹਨਾਂ ਨੂੰ ਖਤਮ ਕਰ ਦੇਣ। ਦੱਸ ਰਹੇ ਨੇ ਕਿ ਇਹ ਕਰਮ ਜਿਹੜੇ ਨੇ ਨਿਰਰਥਕ ਨੇ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕੋਈ ਇਹਨਾਂ ਚੀਜ਼ਾਂ ਨੂੰ ਧੱਕੇ ਨਾਲ ਉਤਾਰਦਾ ਹੈ, ਜਨੇਊ ਨੂੰ, ਤਿਲਕ ਨੂੰ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਵੀ ਪਿਆਰੇ, ਉਹ ਧੱਕਾ ਨਹੀਂ, ਨਿਰਵੈਰ ਨੇ ਨਾ, ਵੈਰ ਨਹੀਂ ਹੈ ਅੰਦਰ। ਗੁਰੂ ਦਾ ਕਿਸੇ ਦੇ ਨਾਲ ਵੈਰ ਨਹੀਂ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਫਿਰ ਉਹ ਕਹਿੰਦੇ ਨੇ ਵੀ ਧੱਕੇ ਨਾਲ ਨਹੀਂ ਇਹ ਚੀਜ਼ਾਂ ਲਾਈਆਂ ਜਾ ਸਕਦੀਆਂ, ਕਿਸੇ ਤੇ ਧੱਕਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਨਿਰਵੈਰ ਹੈ। ਸਭ ਦੇਖੈ ਬ੍ਰਹਮ ਇੱਕ ਸੋਏ। ਸਭ ਦਾ ਮਤਲਬ ਸਭ ਥਾਈਂ, ਸਾਰਿਆਂ ਥਾਵਾਂ ਤੇ, ਹਰ ਜੀਵ ਵਿੱਚ ਇੱਕ ਪ੍ਰਭੂ ਨੂੰ ਵੇਖਦਾ ਹੈ। ਇਸ ਲਈ ਹੁਣ ਉਹ ਕਿਹਦੇ ਨਾਲ ਵੈਰ ਕਰੇ? ਜਦੋਂ ਸਾਰਿਆਂ ਦੇ ਵਿੱਚ ਇੱਕ ਰੱਬ ਦਿਸ ਰਿਹਾ ਹੈ, ਤਾਂ ਵੈਰ ਕਿਹਦੇ ਨਾਲ ਕਮਾਏ, ਕਿਹਦੇ ਨਾਲ ਵਿਰੋਧ ਕਰੇ? ਤਾਂ ਗੁਰੂ ਸਾਹਿਬ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਓਗੇ, ਗੁਰੂ ਤੁਹਾਨੂੰ ਸਾਰਿਆਂ ਦੇ ਅੰਦਰ ਇੱਕ ਬ੍ਰਹਮ ਦਿਖਾਏਗਾ,
ਜਦੋਂ ਸਾਰਿਆਂ ਦੇ ਅੰਦਰ ਇੱਕ ਬ੍ਰਹਮ ਨੂੰ, ਰੱਬ ਨੂੰ ਮਹਿਸੂਸ ਕਰੋਗੇ ਤਾਂ ਤੁਹਾਡੇ ਅੰਦਰੋਂ ਵੀ ਵੈਰ ਭਾਵ ਖਤਮ ਹੋ ਜਾਏਗਾ। ਕਿਹਦੇ ਨਾਲ ਵੈਰ ਕਰੋਗੇ? ਤਾਂ ਜੇ ਸਾਰੇ ਇਨਸਾਨ ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਵੇਖਣ, ਰੱਬੀ ਗੁਣਾਂ ਨੂੰ ਪ੍ਰਗਟ ਕਰ ਲੈਣ, ਰੱਬੀ ਗੁਣਾਂ ਨੂੰ ਦੂਜਿਆਂ ਵਿੱਚ ਵੇਖਣ, ਤਾਂ ਅਵੈਰ ਭਾਵ ਦੁਨੀਆ ਦੇ ਵਿੱਚੋਂ ਖਤਮ ਹੋ ਸਕਦੇ ਨੇ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਇੱਥੇ ਚਲਾਏ ਦੇ ਲਿਖਿਆ ਨਾ, ਚਲਾਏ ਦੇ, ਇਹਨੂੰ ਚਲਾਏ ਦੇ ਨਹੀਂ ਪੜਨਾ, ਚਲਾਏ ਦੇ। ਜਿਹੜੇ ਨਿਰਵੈਰਾਂ ਦੇ ਨਾਲ ਵੈਰ ਚਲਾਉਂਦੇ ਨੇ, ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਪਰ ਹੁਣ ਕਈ ਮੂਰਖ ਮਨੁੱਖ ਨੇ ਨਿਰਵੈਰ ਗੁਰੂ ਦੇ ਨਾਲ ਵੀ ਵੈਰ ਕਰਨੋਂ ਨਹੀਂ ਹਟਦੇ। ਜੋ ਮਨੁੱਖ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ, ਦੁਸ਼ਮਣੀ ਕਰਦੇ ਨੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ। ਤਿਸ਼ਟਿਆ ਦਾ ਮਤਲਬ ਹੁੰਦਾ ਹੈ ਟਿਕਿਆ ਹੋਇਆ, ਸ਼ਾਂਤ ਚਿੱਤ। ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ, ਇਹਨੂੰ ਤਿਸਟਿਆ ਨਹੀਂ ਪੜਨਾ, ਤਿਸ਼ਟਿਆ, ਸ਼ਾਂਤ। ਉਹਨਾਂ ਵਿੱਚੋਂ ਕਦੇ ਵੀ ਕੋਈ ਇਨਸਾਨ ਸ਼ਾਂਤ ਨਹੀਂ ਹੋਇਆ, ਉਹਨਾਂ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲੀ, ਸੁੱਖ ਨਹੀਂ ਮਿਲਿਆ, ਜਿਹੜੇ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ। ਹੁਣ ਜੇ ਕੋਈ ਭਾਈ ਕਨਈਏ ਦੇ ਨਾਲ ਵੈਰ ਕਰੇ ਤਾਂ ਉਹਨੂੰ ਕਿੰਨਾ ਕੁ ਸੁੱਖ ਮਿਲ ਜਾਏਗਾ, ਕਿੰਨੀ ਕੁ ਉਹਨੂੰ ਸ਼ਾਂਤੀ ਮਿਲ ਜਾਏਗੀ, ਕਿੰਨਾ ਕੁ ਉਹਨੂੰ ਮਾਣ ਸਤਿਕਾਰ ਮਿਲ ਜਾਏਗਾ। ਜਿੰਨੇ ਵੀ ਕਿਸੇ ਨਿਰਵੈਰ ਦੇ ਨਾਲ ਵੈਰ ਕਮਾਇਆ ਨਾ, ਉਹਨਾਂ ਦੇ ਵਿੱਚੋਂ ਕਦੇ ਵੀ ਕੋਈ ਸ਼ਾਂਤ ਨਹੀਂ ਹੋਇਆ, ਕਿਉਂਕਿ ਝਗੜ ਕੀਏ ਝਗੜੋ ਹੀ ਪਾਵਾ। ਜਦੋਂ ਅਸੀਂ ਝਗੜਾ ਕਰਦੇ ਹਾਂ ਤੇ ਝਗੜੇ ਹੀ ਸਾਡੇ ਗਲ ਵਿੱਚ ਪੈਂਦੇ ਨੇ। ਤਾਂ ਇਸ ਦੁਨੀਆ ਦੇ ਅੰਦਰ ਹੁਣ ਜਿਨ੍ਹਾਂ ਨੇ ਗੁਰੂ ਨਾਲ ਜਾਂ ਨਿਰਵੈਰਾਂ ਦੇ ਨਾਲ ਵੈਰ ਕਮਾਇਆ ਹੈ, ਉਹ ਸ਼ਾਂਤ ਨਹੀਂ ਹਨ, ਨਾ ਹੀ ਉਹ ਦੂਜਿਆਂ ਨੂੰ ਸ਼ਾਂਤ ਰਹਿਣ ਦੇਣਗੇ। ਤਾਂ ਇਸ ਲਈ ਗੁਰੂ ਸਾਹਿਬ ਦੀ ਮਹਾਨਤਾ ਦੱਸ ਰਹੇ ਨੇ ਕਿ ਗੁਰੂ ਐਸਾ ਮਹਾਨ ਹੈ, ਉਹ ਨਿਰਵੈਰ ਹੈ, ਕਿਸੇ ਨਾਲੋਂ ਵੈਰ ਨਹੀਂ ਕਮਾਉਂਦਾ, ਨਿਰਵੈਰ ਰਹਿਣ ਦਾ ਉਪਦੇਸ਼ ਕਰਦਾ ਹੈ। ਔਰ ਜਿਹੜਾ ਐਸੇ ਗੁਰੂ ਦੇ ਸਿਧਾਂਤਾਂ ਨਾਲ ਵੀ ਵੈਰ ਕਮਾਏਗਾ, ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਸ਼ਾਂਤ ਨਹੀਂ ਹੋਇਆ। ਕਿਉਂਕਿ ਜਦੋਂ ਅਸੀਂ ਵੈਰ ਕਮਾਵਾਂਗੇ ਨਾ, ਤਾਂ ਸਾਡੇ ਗੱਲ ਝਗੜੇ ਪੈਣਗੇ, ਤੇ ਝਗੜਿਆਂ ਵਾਲਾ ਬੰਦਾ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਇਸ ਦਾ ਬੁਰਾ ਕਿਉਂ ਹੋਏ। ਗੁਰੂ ਸਾਰਿਆਂ ਦਾ ਹੀ ਭਲਾ ਮਨਾਉਂਦਾ ਹੈ, ਗੁਰੂ ਸਾਰਿਆਂ ਦਾ ਭਲਾ ਲੋਚਦਾ ਹੈ। ਗੁਰੂ ਇਹ ਨਹੀਂ ਚਾਹੁੰਦਾ ਕਿ ਇਹਦਾ ਭਲਾ ਹੋਏ ਤੇ ਦੂਜੇ ਦਾ ਭਲਾ ਨਾ ਹੋਏ, ਸਭ ਦਾ ਭਲਾ ਚਾਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਤਾਂ ਕਿਵੇਂ ਗੁਰਬਾਣੀ ਦੇ ਅੰਦਰ ਸਾਨੂੰ ਇਹ ਪਾਵਨ ਬਚਨ ਮਿਲਦੇ ਨੇ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ में ਵਰਸੇ ਮਹਿ, ਕਿ हे ਪ੍ਰਭੂ ਕਿਰਪਾ ਕਰ, ਸਰਵਣ ਕਰ, ਸਾਰੀ ਦੁਨੀਆ ਦੇ ਅੰਦਰ ਹੀ ਬਰਸਾਤ ਹੋਵੇ ਖੁਸ਼ੀਆਂ ਦੀ, ਕਿਰਪਾ ਦੀ, ਰਹਿਮਤ ਦੀ। ਹਰ ਇਨਸਾਨ ਹੀ ਸੁਖੀ ਰਹੇ, ਹਰ ਇਨਸਾਨ ਖੁਸ਼ ਹੋਵੇ, ਹਰ ਇਨਸਾਨ ਪ੍ਰਸੰਨਤਾ ਦੇ ਨਾਲ ਜ਼ਿੰਦਗੀ ਜੀਵੇ। ਗੁਰੂ ਤਾਂ ਇਹੀ ਚਾਹੁੰਦਾ ਹੈ। ਤੇ ਸਾਰੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਹੈ, ਤੇ ਮੇਰੀ ਕਾਮਨਾ ਨਹੀਂ, ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਸਾਨੂੰ ਕਰਦੀ ਹੈ। ਔਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਐਸੇ ਕਰਮ ਕਰਨ ਦੀ ਦਾਤ ਦੱਸਦੀ ਹੈ, ਜਿਨ੍ਹਾਂ ਕਰਮਾਂ ਦੇ ਨਾਲ ਸਾਡਾ ਵੀ ਤੇ ਸੰਸਾਰ ਦਾ ਵੀ ਭਲਾ ਹੋ ਸਕਦਾ ਹੈ, ਜਿਸ ਕਰਕੇ ਅਸੀਂ ਵੀ ਔਰ ਬਾਕੀ ਦੇ ਲੋਕ ਵੀ ਸੁਖੀ ਔਰ ਸ਼ਾਂਤ ਹੋ ਸਕਦੇ ਨੇ। ਸਮਗਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਸ਼ਾਂਤੀ ਦਾ ਉਪਦੇਸ਼ ਦਿੰਦੀ ਹੈ। ਔਰ ਜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਸਮਝ ਕੇ ਜੇ ਇਹਨੂੰ ਫੋਲੋ ਕਰਨ, ਤਾਂ ਵਿਸ਼ਵ ਸ਼ਾਂਤੀ ਆ ਸਕਦੀ ਹੈ। ਇਹ ਪੋਸੀਬਿਲਿਟੀ ਹੈ। ਰਾਜਨੀਤਿਕ, ਧਾਰਮਿਕ, ਸਮਾਜਿਕ, ਆਰਥਿਕ ਸਮਾਨਤਾ ਆ ਸਕਦੀ ਹੈ, ਵੈਰ ਵਿਰੋਧ ਮਿਟ ਸਕਦੇ ਨੇ, ਲੇਕਿਨ ਤਾਂ ਹੈ ਜੇ ਫੋਲੋ ਕੀਤਾ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ, ਤਾਂ ਉਹਦਾ ਬੁਰਾ ਕਿਵੇਂ ਹੋ ਸਕਦਾ ਹੈ? ਉਹਦਾ ਬੁਰਾ ਨਹੀਂ ਹੋ ਸਕਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਤਿਗੁਰ ਤੇ ਸਾਰਿਆਂ ਦਾ ਭਲਾ ਲੋਚਦੇ ਨੇ, ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਸਤਿਗੁਰ ਅੰਦਰੋਂ ਨਿਰਵੈਰ ਹੈ, ਰੱਬ ਵੀ ਗੁਰੂ ਵੀ ਨਿਰਵੈਰ ਹੈ, ਤੇ ਰੱਬ ਵੀ ਗੁਰੂ ਵੀ ਸਾਰਿਆਂ ਦਾ ਭਲਾ ਲੋਚਦਾ ਹੈ ਕਿ ਸਾਰੇ ਸੁਖੀ ਵਸਣ, ਸਾਰੇ ਚੰਗੇ ਇਨਸਾਨ ਬਣਨ। ਤੇ ਸਵਾਲ ਹੁੰਦਾ ਫਿਰ ਸਾਰਿਆਂ ਦਾ ਭਲਾ ਹੁੰਦਾ ਕਿਉਂ ਨਹੀਂ? ਸਾਰਿਆਂ ਦਾ ਭਲਾ ਹੁੰਦਾ ਕਿਉਂ ਨਹੀਂ? ਸਾਰੇ ਲੋਕ ਸੁਖੀ ਕਿਉਂ ਨਹੀਂ ਵਸਦੇ? ਫਿਰ ਇਸ ਦੁਨੀਆ ਦੇ ਅੰਦਰ ਕੋਈ ਦੁਖੀ ਕਿਉਂ ਨੇ? ਗੁਰਦੁਆਰੇ ਮੱਥਾ ਟੇਕਣ ਤਾਂ ਸਾਰੇ ਜਾ ਰਹੇ ਨੇ, ਬਾਣੀ ਤਾਂ ਅਸੀਂ ਸਾਰੇ ਪੜ੍ਹ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਗੁਰਦੁਆਰੇ ਜਾਂਦੇ ਹਾਂ, ਉਗਰਾਹੀ ਦਿੰਦੇ ਹਾਂ,
ਜੇ ਅਸੀਂ ਕੇਵਲ ਆਪਣੀ ਗੱਲ ਕਰੀਏ ਤਾਂ ਸਾਰੇ ਬਾਣੀ ਪੜਨ ਵਾਲੇ, ਸਾਰੇ ਉਗਰਾਈ ਦੇਣ ਵਾਲੇ, ਗੁਰਦੁਆਰੇ ਦਾਨ ਵਾਲੇ ਸਾਰੇ ਤਾਂ ਸੁਖੀ ਨਹੀਂ ਹੈ। ਸਾਰਿਆਂ ਦਾ ਤੇ ਭਲਾ ਨਹੀਂ ਹੋਇਆ, ਸਾਰਿਆਂ ਨੂੰ ਤੇ ਆਤਮਿਕ ਜੀਵਨ ਨਹੀਂ ਮਿਲਿਆ, ਸਾਰਿਆਂ ਨੂੰ ਤੇ ਰੱਬ ਨਹੀਂ ਦਿਸਿਆ। ਉਹਦਾ ਰੀਜ਼ਨ ਕੀ ਹੈ? ਇਸ ਪੰਕਤੀ ਵਿੱਚ ਅਗਲੀ ਵਿੱਚ ਰੀਜ਼ਨ ਦੱਸ ਰਹੇ ਨੇ, ਸਤਿਗੁਰ ਨੂੰ ਜੇਹਾ ਕੋ ਇਛਦਾ ਤੇਹਾ ਫਲ ਪਾਏ ਕੋਈ। ਇਛਦਾ ਦਾ ਮਤਲਬ ਜਿਹੋ ਜੀ ਕਿਸੇ ਦੀ ਇੱਛਾ ਹੈ, ਜਿਹੋ ਜੀ ਭਾਵਨਾ ਹੈ, ਜਿਹੋ ਜੀ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਅੰਦਰ ਕੋਈ ਹਾਜ਼ਰ ਹੁੰਦਾ ਹੈ, ਉਹਨੂੰ ਉਹੋ ਜਿਹਾ ਫਲ ਮਿਲ ਜਾਂਦਾ। ਜਿਹੋ ਜੀ ਭਾਵਨਾ, ਜਿਹੋ ਜੀ ਸੋਚ। ਹੁਣ ਸੋਚ ਦਾ ਸਾਨੂੰ ਫਲ ਮਿਲਣਾ ਨਾ, ਸਾਡੀ ਸੋਚ ਕੀ ਹੈ? ਹੁਣ ਅਸੀਂ ਗੁਰੂ ਜੀ ਦੇ ਕੋਲ ਜਾਈਏ ਵੀ ਸਤਿਗੁਰੂ ਸਾਡਾ ਮੁਕੱਦਮਾ ਜਿਤਾ, ਤੇ ਮੁਕੱਦਮਾ ਕੀਤਾ ਹੋਵੇ ਭਰਾ ਦੀ ਪ੍ਰਾਪਰਟੀ ਤੇ, ਤਾਂ ਭਾਵਨਾ ਦੇਖੋ ਨਾ ਸਾਡੀ ਕਿਹੜੀ। ਸਰਬੱਤ ਦੇ ਭਲੇ ਵਾਲੀ ਭਾਵਨਾ ਤੇ ਲੈ ਕੇ ਗਿਆ ਹੀ ਨਹੀਂ। ਭਾਵਨਾ ਇਹ ਹੋਣੀ ਚਾਹੀਦੀ ਕਿ ਮੈਂ ਗੁਰੂ ਜੀ ਦੇ ਰਾਹ ਨੂੰ ਫੋਲੋ ਕਰਨਾ ਹੈ, ਗੁਰੂ ਦੀ ਪਾਵਨ ਬਾਣੀ ਤੇ ਮੈਂ ਅਮਲ ਕਰਨਾ ਹੈ, ਗੁਰੂ ਦੀ ਹਰ ਗੱਲ ਨੂੰ ਮੈਂ ਮੰਨਣਾ ਹੈ, ਗੁਰੂ ਦੇ ਹੁਕਮ ਵਿੱਚ ਤੁਰਨਾ ਹੈ। ਇੱਕ ਦੀ ਭਾਵਨਾ ਤੇ ਇਹ ਹੈ ਕਿ ਮੈਂ ਗੁਰੂ ਦੇ ਹੁਕਮ ਵਿੱਚ ਤੁਰਨਾ ਹੈ, ਗੁਰੂ ਦੀ ਜੋ ਰਹਿਤ ਹੈ, ਗੁਰੂ ਦੀ ਜੋ ਜੀਵਨ ਦੀ ਮਰਿਆਦਾ ਹੈ, ਵੇ ਆਫ ਲਾਈਫ ਹੈ, ਜੋ ਗੁਰੂ ਦੀ ਸੋਚ ਹੈ, ਗੁਰੂ ਦੇ ਸਿਧਾਂਤ ਨੇ, ਗੁਰੂ ਦੀ ਫਿਲਾਸਫੀ ਹੈ, ਉਹਨੂੰ ਮੈਂ ਸਿਰ ਮੱਥੇ ਮੰਨਣਾ ਹੈ। ਮਨ ਬਚਨ ਕਰਮ ਕਰਕੇ ਮੈਂ ਉਹਦਾ ਧਾਰਨੀ ਹੋਣਾ। ਇੱਕ ਤੇ ਇਸ ਭਾਵਨਾ ਨਾਲ ਜਾ ਰਿਹਾ, ਤੇ ਦੂਜਾ ਇਸ ਭਾਵਨਾ ਦੇ ਨਾਲ ਜਾ ਰਿਹਾ ਕਿ ਮੈਂ 100 ਰੁਪਇਆ ਗੁਰਦੁਆਰੇ ਚੜਾਣਾ ਤੇ ਲੱਖ ਦੀ ਲਾਟਰੀ ਕਢਾਣੀ ਹੈ। ਹੁਣ ਭਾਵਨਾ ਡਿਪੈਂਡ ਭਾਵਨਾ ਤੇ ਕਰੇਗਾ ਕਿ ਕਿਸ ਦੀ ਕਿੰਨੀ ਪ੍ਰੀਤ ਹੈ, ਕਿਸ ਦੀ ਕੈਸੀ ਸੋਚ ਹੈ, ਵੈਸਾ ਹੀ ਉਹਨੂੰ ਫਲ ਮਿਲ ਜਾਂਦਾ। ਔਰ ਹਕੀਕਤ ਹੈ ਕਿ ਸਾਡੀ ਸੋਚ ਕੈਸੀ ਹੈ। ਰੱਬ ਸਾਡੇ ਅੰਦਰ ਬੈਠਾ ਹੈ ਨਾ, ਸਾਡੀ ਸੋਚ ਕੈਸੀ ਹੈ, ਸਾਡੇ ਅੰਦਰ ਵਿਚਾਰ ਕੈਸੇ ਹੁੰਦੇ ਨੇ, ਨੈਗੇਟਿਵ ਜਾਂ ਪੋਜ਼ਿਟਿਵ, ਈਰਖਾ ਵਾਲੇ, ਪਿਆਰ ਮੁਹੱਬਤ ਵਾਲੇ, ਕਾਮਯਾਬੀ ਵਾਲੇ, ਨਾ ਕਾਮਯਾਬੀ ਵਾਲੇ, ਢਹਿੰਦੀ ਕਲਾ ਵਾਲੇ, ਚੜ੍ਹਦੀ ਕਲਾ ਵਾਲੇ, ਭਲੇ ਵਾਲੇ, ਬੁਰੇ ਵਾਲੇ, ਜੈਸੇ ਵਿਚਾਰ ਅੰਦਰ ਆ ਰਹੇ ਨੇ ਉਹ ਹੀ ਸਾਡੀ ਭਾਵਨਾ ਹੈ, ਉਹ ਸਾਡੀ ਸੋਚ ਹੈ। ਉਹਨੇ ਹੀ ਅੱਗੇ ਪ੍ਰਫੁੱਲਿਤ ਹੋਣਾ ਹੈ। ਅੰਦਰ ਬੈਠੇ ਰੱਬ ਨੇ ਉਹੀ ਚੀਜ਼ ਸਾਡੇ ਹੱਥ ਵਿੱਚ ਫੜਾਣੀ ਹੈ, ਪਿਆ ਚੀਜ਼ ਚਾਹਨਾ ਲੈ, ਇਹ ਫੜ, ਮੰਗ, ਕਰ। ਜੇ ਸਾਡੀਆਂ ਕ੍ਰੋਧ ਵਾਲੀਆਂ ਭਾਵਨਾਵਾਂ ਨੇ ਤਾਂ ਕ੍ਰੋਧ ਕਰੀ ਜਾਓ, ਲੋਭ ਵਾਲੀ ਹੈ ਲੋਭ ਕਰੀ ਜਾਓ, ਪਰ ਜੇ ਭਾਵਨਾ ਸੰਤੋਖ ਵਾਲੀ ਹੈ ਸੰਤੋਖ ਵਿੱਚ ਰਹੋ। ਚੀਜ਼ ਤਾਂ ਉਹ ਮਿਲਣੀ ਹੈ ਜਿਹੜੀ ਸਾਡੀ ਅੰਦਰ ਦੀ ਭਾਵਨਾ ਹੈ, ਜੋ ਸਾਡੇ ਅੰਦਰ ਦੀ ਸੋਚ ਹੈ। ਬਾਹਰ ਦੇ ਬੋਲ ਔਰ ਵਿਖਾਵੇ ਦੇ ਨਾਲ ਨਹੀਂ ਬਾਤ ਬਣਦੀ। ਜਿਵੇਂ ਆਪਾਂ ਰੋਜ਼ ਇਹ ਗੱਲ ਬੇਨਤੀ ਕਰ ਹੀ ਰਿਹਾ, ਮੈਂ ਗੰਗੂ ਸੱਚ ਬੋਲਦਾ ਪਰ ਉਹਦੀ ਭਾਵਨਾ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਾਵਾਂ ਤੇ ਆਪਣੇ ਬੱਚਿਆਂ ਲਈ ਇਨਾਮ। ਗੱਲ ਤਾਂ ਭਾਵਨਾ ਦਾ ਨਾ, ਭਾਵਨਾ ਕੈਸੀ ਹੈ। ਤਾਂ ਸਤਿਗੁਰ ਨੂੰ ਜਿਹਾ ਕੋ ਇਛਦਾ, ਜੈਸੀ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਕੋਈ ਜਾਂਦਾ ਹੈ, ਤੇਹਾ ਫਲ ਪਾਏ ਕੋਏ, ਉਹ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ। ਇਸ ਲਈ ਜੇ ਸਾਡੇ ਜੀਵਨ ਦੇ ਅੰਦਰ ਕਿਤੇ ਦੁੱਖ ਨੇ, ਅਸ਼ਾਂਤੀ ਹੈ, ਤਾਂ ਉਹਦਾ ਮਤਲਬ ਇੰਨਾ ਕਹਿ ਕਿ ਸਾਡੀ ਸੋਚ ਦੇ ਅੰਦਰ ਕਿਤੇ ਜ਼ਰੂਰ ਗੜਬੜ ਹੈ। ਸਾਨੂੰ ਆਪਣੀ ਸੋਚ ਵੇਖਣੀ ਚਾਹੀਦੀ ਹੈ ਔਰ ਸੋਚ ਨੂੰ ਸਾਨੂੰ ਗੁਰੂ ਦੀ ਸੋਚ ਦੇ ਨਾਲ ਮਿਲਾਉਣ ਦਾ ਯਤਨ ਕਰਨਾ ਚਾਹੀਦਾ। ਨਾਨਕ ਇੱਥੇ ਥੋੜਾ ਜਿਹਾ ਰੁਕ ਜਾਣਾ। ਕਰਤਾ ਸਭ ਕੁਝ ਜਾਣਦਾ, ਜਿੱਦੂ ਕਿਛ ਗੁੱਝਾ ਨਾ ਹੋਏ। ਜਿੱਦੂ ਇਹਨੂੰ ਪੜਾਂਗੇ ਜਿੱਦੂ, ਗੁੱਝਾ, ਗੁਝਾ ਨਹੀਂ ਪੜਨਾ, ਗੁੱਝਾ ਗੱਗੇ ਦੇ ਉੱਤੇ ਅੱਧਕ ਲਗਾ ਕੇ। ਗੁੱਝਾ ਦਾ ਮਤਲਬ ਲੁਕਿਆ ਹੋਇਆ, ਕਿਉਂਕਿ ਕਰਤਾ ਸਭ ਕੁਝ ਜਾਣਦਾ। ਕਰਤਾ ਜੋ ਪ੍ਰਭੂ ਹੈ ਉਹ ਸਭ ਕੁਝ ਜਾਣਦਾ ਹੈ। ਜਿੱਦੂ ਕਿਛ ਗੁੱਝਾ ਨਾ ਹੋਏ, ਉਹਦੇ ਤੋਂ ਕੁਝ ਛਿਪਿਆ ਹੋਇਆ ਨਹੀਂ ਹੈ, ਉਹਦੇ ਤੋਂ ਸਾਡੀ ਅੰਦਰਲੀ ਹਾਲਾਤ, ਅੰਦਰਲੀ ਸੋਚ ਛਿਪੀ ਹੋਈ ਨਹੀਂ ਹੈ। ਇਸ ਲਈ ਫਲ ਸਾਨੂੰ ਉਹ ਹੀ ਮਿਲਣਾ ਹੈ ਜੋ ਸਾਡੀ ਸੋਚ ਹੈ, ਗੁੱਝੀ ਨਹੀਂ ਹੈ। ਔਰ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਆਪਾਂ ਰੋਜ਼ ਹੀ ਮਿਸਾਲਾਂ ਨਿੱਕੀਆਂ ਨਿੱਕੀਆਂ ਲੈ ਰਹੇ ਹਾਂ। ਜਿਵੇਂ ਹੁਣ ਕਣਕ ਹੈ, ਅਸੀਂ ਪੈਲੀ ਦੇ ਵਿੱਚ ਕਣਕ ਬੀਜੀਏ ਤਾਂ ਜੇ ਅਸੀਂ ਬਾਹਰ ਲੋਕਾਂ ਨੂੰ ਕਹਿੰਦੇ ਫਿਰੀਏ ਅਸੀਂ ਤੇ ਜੀ ਅੰਗੂਰ ਬੀਜੇ ਨੇ, ਅੰਗੂਰ ਉਗਣਗੇ,
ਪਰ ਧਰਤੀ ਤੋਂ ਤੇ ਕੁਝ ਗੁੱਝਾ ਨਹੀਂ ਨਾ। ਸਿਸਟਮ ਜਿਹੜਾ ਹੈ, ਰੱਬ ਦਾ ਹੁਕਮ, ਰੱਬ ਦਾ ਜੋ ਸਿਸਟਮ ਹੈ, ਉਹਦੇ ਤੋਂ ਕਿਵੇਂ ਛੁਪਾਓਗੇ? ਉਹਨੇ ਤਾਂ ਕਣਕ ਹੀ ਪੈਦਾ ਕਰਨੀ ਹੈ। ਉਹ ਅੰਗੂਰ ਪੈਦਾ ਨਹੀਂ ਕਰੇਗਾ ਕਣਕ ਦੇ। ਅੰਗੂਰ ਦੀਆਂ ਵੱਲਾਂ ਲਗਾਓਗੇ ਤੇ ਜੇ ਅਸੀਂ ਕਹੀਏ ਕਿ ਇਹਨਾਂ ਨਾਲ ਅੰਬ ਲੱਗਣ, ਤੇ ਅੰਬ ਨਹੀਂ ਲੱਗਣੇ, ਉੱਥੇ ਅੰਗੂਰ ਹੀ ਲੱਗਣੇ ਨੇ। ਕਿਕਰਾਂ ਨਾਲ ਅੰਗੂਰ ਨਹੀਂ ਲੱਗਣੇ। ਹੰਡੇ ਉੱਨ ਕਤਾਏ ਦਾ ਪੈਂਦਾ ਲੋੜੇ ਪੱਟ, ਕਦੇ ਵੀ ਉੱਨ ਦੇ ਨਾਲ ਰੇਸ਼ਮੀ ਕੱਪੜੇ ਨਹੀਂ ਬਣਨੇ। ਤਾਂ ਜੋ ਸਾਡੀ ਸੋਚ ਹੈ, ਫਲ ਤੇ ਉਹਨੂੰ ਲੱਗਣਾ ਨਾ, ਗੁੱਝਾ ਨਹੀਂ ਹੈ। ਯਾਨੀ ਸਿਸਟਮ ਨੂੰ, ਜੋ ਰੱਬੀ ਹੁਕਮ ਹੈ, ਇਹਦੇ ਅੱਗੇ ਅਸੀਂ ਹੇਰਾਫੇਰੀ ਨਹੀਂ ਕਰ ਸਕਦੇ, ਇਹਦੇ ਵਿੱਚ ਭੁਲੇਖਾ ਨਹੀਂ ਪਾ ਸਕਦੇ ਕਿ ਅਸੀਂ ਅੰਦਰ ਅੰਦਰ ਤੇ ਨੈਗੇਟਿਵ ਸੋਚੀਏ, ਅੰਦਰ ਮੇਰੇ ਜੈਲਸੀ ਹੋਵੇ, ਤੇ ਬਾਹਰੋਂ ਮੈਂ ਕਹਾਂ ਕਿ ਮੇਰਾ ਤੁਹਾਡੇ ਨਾਲ ਪਿਆਰ ਹੈ, ਤੇ ਇਹ ਕਹਿ ਕੇ ਮੈਂ ਸਿਸਟਮ ਨੂੰ ਧੋਖਾ ਨਹੀਂ ਦੇ ਸਕਦਾ। ਮੇਰੇ ਅੰਦਰ ਜੈਲਸੀ ਹੈ, ਤਾਂ ਜੈਲਸੀ ਹੋਣ ਦੇ ਨਾਲ ਮੇਰੇ ਅੰਦਰ ਖੁਸ਼ੀ ਪੈਦਾ ਨਹੀਂ ਹੋਣੀ। ਤੁਹਾਨੂੰ ਵੇਖ ਕੇ ਮੇਰੇ ਅੰਦਰ ਅੱਗ ਹੀ ਬਲਦੀ ਰਹਿਣੀ ਹੈ, ਬਾਹਰੋਂ ਮੈਂ ਜੋ ਮਰਜ਼ੀ ਕਰਾਂ। ਹੁਣ ਮੈਂ ਸਿਸਟਮ ਨੂੰ ਕਿਵੇਂ ਧੋਖਾ ਦੇਵਾਂ? ਸਿਸਟਮ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਰੱਬ ਦਾ ਸਿਸਟਮ ਦਾ ਮਤਲਬ ਰੱਬੀ ਜੋ ਹੁਕਮ ਹੈ, ਅੰਦਰ ਬੈਠੇ ਰੱਬ ਨੂੰ ਕਿਵੇਂ ਧੋਖਾ ਦੇਵਾਂਗਾ? ਤੁਹਾਡੇ ਅੱਗੇ ਝੂਠ ਬੋਲ ਕੇ ਆਪਣੇ ਅੱਗੇ ਕਿਵੇਂ ਝੂਠ ਬੋਲਾਂਗਾ? ਇਸ ਲਈ ਗੁਰੂ ਜੀ ਕਹਿੰਦੇ ਨੇ, ਕਰਤਾ ਸਭ ਕੁਝ ਜਾਣਦਾ ਹੈ, ਉਹਦੇ ਤੋਂ ਕੁਝ ਵੀ ਗੁੱਝਾ ਨਹੀਂ। ਉਹਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਰੱਬ ਨੂੰ, ਰੱਬ ਦੀ ਰਜ਼ਾ ਨੂੰ, ਭਾਣੇ ਨੂੰ, ਉਹਦੇ ਹੁਕਮ ਨੂੰ, ਸਿਸਟਮ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜੈਸਾ ਕੋਈ ਕਰੇਗਾ ਵੈਸਾ ਹੀ ਉਹਨੂੰ ਫਲ ਮਿਲੇਗਾ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਇਹਨੂੰ ਵੱਡਾ ਨਹੀਂ ਪੜਨਾ, ਵੱਡਾ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਉਸੇ ਨੂੰ ਵੱਡਾ ਸਮਝਣਾ ਚਾਹੀਦਾ ਜਿਹਨੂੰ ਰੱਬ ਵੱਡਾ ਕਰੇ। ਯਾਨੀ ਜਿਹਨੂੰ ਰੱਬ ਵੱਡਾ ਕਰੇਗਾ ਉਹੀ ਵੱਡਾ ਸਮਝਿਆ ਜਾਏਗਾ। ਹੁਣ ਰੱਬ ਵੱਡਾ ਕਿਹਨੂੰ ਕਰੇਗਾ? ਇਹ ਨਹੀਂ ਕਿ ਉਹ ਮੈਨੂੰ ਐਵੇਂ ਵੱਡਾ ਕਰ ਦੇਵੇ ਤੇ ਤੁਹਾਨੂੰ ਛੋਟਾ ਕਰ ਦੇਵੇ, ਐਵੇਂ ਨਹੀਂ ਹੈ। ਸਿਸਟਮ ਹੈ ਇੱਕ, ਜੋ ਰੱਬੀ ਰਜ਼ਾ ਦੇ ਅੰਦਰ ਤੁਰੇਗਾ ਉਹ ਬੰਦਾ ਵਡਿਆਈ ਪਾਏਗਾ, ਉਹਨੂੰ ਵਡਿਆਈ ਮਿਲੇਗੀ। ਇੱਕ ਨੇਮ ਹੈ ਹੁਕਮ ਰਜਾਈ ਚੱਲਣਾ। ਜਿਵੇਂ ਹੁਣ ਅਸੀਂ ਜੇ ਸਾਇੰਸ ਦੀ ਦੁਨੀਆ ਵੱਲ ਵੇਖੀਏ ਤਾਂ ਉਹਨਾਂ ਨੂੰ ਵੱਡਾ ਕੀਤਾ ਨਾ ਰੱਬ ਨੇ। ਜਿਨ੍ਹਾਂ ਨੂੰ ਰੱਬ ਨੇ ਵੱਡਾ ਕੀਤਾ ਹੈ ਉਹ ਵੱਡੇ ਕਿਉਂ? ਕਿਉਂਕਿ ਉਹਨਾਂ ਨੇ ਹੁਕਮ ਨੂੰ ਫੋਲੋ ਕੀਤਾ ਹੈ, ਸਿਸਟਮ ਨੂੰ ਖੋਜਿਆ ਹੈ, ਸਿਸਟਮ ਨੂੰ ਬਹੁਤ ਗਹੁ ਦੇ ਨਾਲ, ਬਾਰੀਕੀ ਦੇ ਨਾਲ ਵਾਚਿਆ ਹੈ, ਜ਼ਿੰਦਗੀ ਲਗਾ ਕੇ। ਤੇ ਉਹਨਾਂ ਨੇ ਇੱਕ ਸਿਸਟਮ ਨੂੰ ਖੋਜ ਕੇ ਕੋਈ ਨਵੀਂ ਖੋਜ ਕਰ ਦਿੱਤੀ, ਉਹਨਾਂ ਨੂੰ ਵਡਿਆਈ ਮਿਲ ਗਈ। ਚਾਹੇ ਉਹ ਗ੍ਰੈਵਿਟੀ ਫੋਰਸ ਦੀ ਖੋਜ ਕੀਤੀ ਹੈ, ਚਾਹੇ ਕਿਸੇ ਨੇ ਹਵਾਈ ਜਹਾਜ਼ ਦੀ ਖੋਜ ਕੀਤੀ ਹੈ, ਕਿਸੇ ਨੇ ਕੰਪਿਊਟਰ ਦੀ ਖੋਜ ਕੀਤੀ ਹੈ, ਤਾਂ ਉਹਨਾਂ ਨੇ ਸਿਸਟਮ ਨੂੰ ਫੋਲੋ ਕੀਤਾ ਨਾ, ਖੋਜਿਆ। ਉਹਨਾਂ ਨੇ ਕੋਈ ਨਵੀਂ ਖੋਜ ਕੀਤੀ, ਉਹਨਾਂ ਨੂੰ ਵਡਿਆਈ ਮਿਲ ਗਈ। ਕਿਵੇਂ ਮਿਲੀ? ਸਿਸਟਮ ਦੇ ਵਿੱਚ ਰਹਿ ਕੇ। ਇਸੇ ਨੂੰ ਕਹਿੰਦੇ ਨੇ ਜਿਸ ਨੂੰ ਸਾਹਿਬ ਵੱਡਾ ਕਰੇ। ਜੋ ਸਾਹਿਬ ਦੇ ਹੁਕਮ ਦੇ ਅੰਦਰ ਤੁਰੇਗਾ, ਅਸਲ ਵਡਿਆਈ ਉਹਨੂੰ ਮਿਲਦੀ ਹੈ। ਤਾਂ ਇਥੋਂ ਸਾਨੂੰ ਜੀਵਨ ਵਾਸਤੇ ਇਹ ਦਾਤ ਮਿਲ ਰਹੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਹਾਨਤਾ ਮਿਲੇ, ਖੁਸ਼ੀ ਮਿਲੇ, ਪ੍ਰਸੰਨਤਾ ਮਿਲੇ, ਵਡਿਆਈ ਮਿਲੇ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਹੁਕਮ ਵਿੱਚ ਤੁਰਨਾ, ਰਜ਼ਾ ਵਿੱਚ ਰਹਿਣਾ, ਸਿਸਟਮ ਨੂੰ ਫੋਲੋ ਕਰਨਾ। ਉਹ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ, ਜਿਹੜੀਆਂ ਰਿਕੁਆਇਰਮੈਂਟ ਪੂਰੀਆਂ ਕਰਨ ਦੇ ਨਾਲ ਸੁੱਖ ਮਿਲ ਸਕਦਾ ਹੈ, ਵਡਿਆਈ ਮਿਲ ਸਕਦੀ ਹੈ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ। ਜਿਸ ਸਾਹਿਬ ਭਾਵੈ, ਜਿਹਨੂੰ ਰੱਬ ਚੰਗਾ ਲੱਗਦਾ ਹੈ, ਤਿਸ ਬਖਸ਼ ਲੈ, ਰੱਬ ਉਹਨੂੰ ਬਖਸ਼ ਲੈਂਦਾ ਹੈ। ਸੋ ਸਾਹਿਬ ਮਨ ਭਾਣੀ, ਤੇ ਉਹ ਰੱਬ ਦੇ ਮਨ ਵਿੱਚ ਵੀ ਪਿਆਰਾ ਲੱਗਦਾ ਹੈ। ਜੋ ਰੱਬ ਨਾਲ ਪਿਆਰ ਕਰਦਾ ਹੈ ਉਹ ਰੱਬ ਨੂੰ ਵੀ ਪਿਆਰਾ ਲੱਗਦਾ ਹੈ, ਤੇ ਰੱਬ ਉਹਨੂੰ ਬਖਸ਼ ਲੈਂਦਾ ਹੈ ਜੋ ਸਾਹਿਬ ਨੂੰ ਭਾਉਂਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਰੱਬ ਕਿਸੇ ਨਾਲ ਵਿਤਕਰਾ ਕਰ ਰਿਹਾ ਹੈ। ਚੀਜ਼ਾਂ ਨਾਲ ਨਾਲ ਸਮਝਣ ਵਾਲੀਆਂ ਨੇ ਕਿ ਇੱਕ ਰੱਬ ਨੂੰ ਚੰਗਾ ਲੱਗਿਆ ਤੇ ਉਹਨੂੰ ਬਖਸ਼ ਲਿਆ, ਤੇ ਦੂਜੇ ਨੂੰ ਉਹਨੇ ਨਰਕਾਂ ਵਿੱਚ ਪਾਤਾ, ਦੁਖੀ ਕਰ ਦਿੱਤਾ। ਰੱਬ ਫਿਰ ਨਿਰਵੈਰ ਤੇ ਨਾ ਹੋਇਆ, ਜਿਹੜੀ ਚੀਜ਼ ਅਸੀਂ ਪਹਿਲਾਂ ਵਿਚਾਰ ਰਹੇ ਹਾਂ। ਸਾਹਿਬ ਨੂੰ ਕੌਣ ਪਾਏਗਾ? ਜੋ ਸਿਸਟਮ ਨੂੰ ਫੋਲੋ ਕਰੇਗਾ, ਹੁਕਮ ਦੇ ਅੰਦਰ ਤੁਰੇਗਾ। ਔਰ ਉਸ ਹੁਕਮ ਨੂੰ ਫੋਲੋ ਕੌਣ ਕਰੇਗਾ? ਜਿਹਨੂੰ ਰੱਬ ਦੇ ਨਾਲ ਪਿਆਰ ਹੋਏਗਾ। ਜਿਹਦੇ ਨਾਲ ਪਿਆਰ ਹੋਏਗਾ ਉਹਦਾ ਅਸੀਂ ਹੁਕਮ ਮੰਨਾਂਗੇ। ਤਾਂ ਜਿਹੜਾ ਰੱਬ ਨਾਲ ਪਿਆਰ ਕਰੇਗਾ, ਹੁਕਮ ਨੂੰ ਫੋਲੋ ਕਰੇਗਾ, ਉਹ ਸਾਹਿਬ ਦੇ ਮਨ ਵਿੱਚ ਪਾਏਗਾ। ਸਾਹਿਬ ਦਾ ਉਹਦੇ ਨਾਲ ਪਿਆਰ ਬਣੇਗਾ, ਉਹਦਾ ਸਾਹਿਬ ਨਾਲ ਪਿਆਰ ਬਣੇਗਾ, ਰੱਬ ਦੀ ਪ੍ਰੀਤ ਦੇ ਅੰਦਰ ਉਹ ਲੀਨ ਹੋ ਜਾਏਗਾ।
ਫਿਰ ਉਹਨੂੰ ਵਡਿਆਈਆਂ ਮਿਲਣਗੀਆਂ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੱਬ ਦੀ ਪ੍ਰੀਤ ਮਿਲੇ, ਪਿਆਰ ਮਿਲੇ, ਬਖਸ਼ਿਸ਼ ਮਿਲੇ, ਤਾਂ ਸਾਨੂੰ ਰੱਬ ਨਾਲ ਪਿਆਰ ਕਰਨਾ ਚਾਹੀਦਾ ਹੈ। ਰੱਬ ਨਾਲ ਪਿਆਰ ਦਾ ਮਤਲਬ ਰੱਬੀ ਗੁਣਾਂ ਨਾਲ, ਸਾਨੂੰ ਰੱਬੀ ਹੁਕਮ ਵਿੱਚ ਤੁਰਨਾ ਚਾਹੀਦਾ ਹੈ। ਜੋ ਰੱਬ ਦੀ ਖਲਕਤ ਹੈ ਇਹਦੇ ਨਾਲ ਸਾਨੂੰ ਪਿਆਰ ਦਾ ਵਤੀਰਾ ਕਰਨਾ ਚਾਹੀਦਾ ਹੈ, ਸਾਨੂੰ ਰੱਬ ਦਾ ਪਿਆਰ ਮਿਲੇਗਾ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਇਹਨੂੰ ਉਸ ਨਹੀਂ ਪੜਨਾ, ਉਸ ਥੋੜਾ ਜਿਹਾ ਖੁੱਲੇ ਮੂੰਹ ਵਾਲੇ ਨਾ, ਉਸ ਦੀ ਰੀਸ ਕਰੇ। ਜੇ ਹੁਣ ਐਸੇ ਇਨਸਾਨ ਦੀ ਕੋਈ ਰੀਸ ਕਰੇ, ਸੋ ਮੂੜ ਅਜਾਣੀ ਦਾ ਮਤਲਬ ਉਹ ਅਣਜਾਣ ਹੈ ਤੇ ਮੂਰਖ ਹੈ, ਉਹ ਮੂਰਖ ਅਖਵਾਏਗਾ, ਉਹ ਅਣਜਾਣ ਅਖਵਾਏਗਾ ਜੇ ਕਿ ਉਹਦੀ ਰੀਸ ਕਰੇਗਾ। ਹੁਣ ਇੱਥੇ ਰੀਸ ਨੂੰ ਜ਼ਰੂਰ ਸਮਝ ਲੈਣਾ। ਇਹਦਾ ਮਤਲਬ ਇਹ ਨਹੀਂ ਕਿ ਉਹਦੀ ਰੀਸੇ ਜੇ ਕੋਈ ਚੰਗੇ ਕਰਮ ਕਰੇ, ਰੱਬ ਦੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰੇ, ਇਹ ਰੀਸ ਨਹੀਂ ਹੈ। ਇਹ ਤੇ ਕਰਨੀ ਚਾਹੀਦੀ ਸਾਰਿਆਂ ਨੂੰ। ਰੀਸ ਇਹ ਹੈ ਕਿ ਜੋ ਰੱਬ ਦੀ ਰਜ਼ਾ ਵਿੱਚ ਤੁਰ ਰਿਹਾ ਹੈ, ਰੱਬੀ ਗੁਣਾਂ ਦਾ ਧਾਰਨੀ ਹੈ, ਚੰਗੀ ਜ਼ਿੰਦਗੀ ਜੀ ਰਿਹਾ ਹੈ, ਤੇ ਉਹਨੂੰ ਦੁਨੀਆ ਦੇ ਵਿੱਚੋਂ ਮਾਣ, ਆਦਰ, ਸਤਿਕਾਰ ਮਿਲਦਾ ਹੈ ਪਿਆ। ਤੇ ਜੇ ਕੋਈ ਬੰਦਾ ਰੀਸ ਤੇ ਇਹ ਕਰੇ ਕਿ ਇਹ ਮਾਣ, ਆਦਰ, ਸਤਿਕਾਰ ਮੈਨੂੰ ਵੀ ਮਿਲੇ, ਪਰ ਰੱਬੀ ਹੁਕਮ ਨੂੰ ਫੋਲੋ ਨਾ ਕਰੇ, ਰੱਬੀ ਗੁਣਾਂ ਦਾ ਧਾਰਨੀ ਨਾ ਹੋਵੇ, ਚੰਗੇ ਕੰਮ ਨਾ ਕਰੇ, ਆਪਣੀਆਂ ਮਾੜੀਆਂ ਆਦਤਾਂ ਨਾ ਛੱਡੇ, ਤੇ ਰੀਸ ਉਹਦੀ ਕਰੇ ਸੁਖ ਮਾਣਨ ਦੀ ਜਿਹੜਾ ਰੱਬੀ ਰਜ਼ਾ ਦੇ ਵਿੱਚ ਤੁਰ ਰਿਹਾ ਹੈ, ਕੁਦਰਤ ਦੇ ਨਿਯਮਾਂ ਨੂੰ ਫੋਲੋ ਨਹੀਂ ਕਰ ਰਿਹਾ, ਜੋ ਬੰਦਾ ਧਰਮ ਦੇ ਨਿਯਮਾਂ ਨੂੰ ਫੋਲੋ ਨਹੀਂ ਕਰ ਰਿਹਾ, ਸਮਾਜ ਦੇ ਨਿਯਮਾਂ ਨੂੰ ਤੋੜ ਰਿਹਾ ਹੈ, ਕਾਨੂੰਨਾਂ ਨੂੰ ਤੋੜ ਰਿਹਾ ਹੈ, ਤੇ ਰੀਸ ਉਹਦੀ ਕਰੇ ਕਿ ਜਿਹਨੂੰ ਮਾਣ, ਆਦਰ, ਸਤਿਕਾਰ ਮਿਲਿਆ ਹੈ, ਉਹ ਸਤਿਕਾਰ ਲੈਣਾ ਚਾਹੇ ਤਾਂ ਕਿਵੇਂ ਮਿਲੇਗਾ? ਨਹੀਂ ਮਿਲੇਗਾ। ਇਸ ਲਈ ਇਹ ਮੂਰਖਤਾ ਹੈ ਕਿ ਅਸੀਂ ਚਾਹੀਏ ਕਿ ਸਾਨੂੰ ਵੀ ਉਹ ਸੁੱਖ ਮਿਲੇ ਬਿਨਾਂ ਚੰਗੇ ਕੰਮ ਕਰਨ ਤੋਂ। ਜਦੋਂ ਅਸੀਂ ਚੰਗੇ ਕਰਮ ਕਰਾਂਗੇ, ਚੰਗਾ ਸਾਡਾ ਸੁਭਾਅ ਹੋਏਗਾ, ਚੰਗੀ ਸੋਚਣੀ ਹੋਏਗੀ, ਰੱਬੀ ਰਜ਼ਾ ਵਿੱਚ ਤੁਰਾਂਗੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਾਂਗੇ, ਫਿਰ ਆਟੋਮੈਟਿਕਲੀ ਮਾਣ ਸਾਨੂੰ ਰੱਬ ਵੱਲੋਂ ਮਿਲੇਗਾ। ਤੇ ਜੇ ਕੋਈ ਕਵੇ ਭਾਈ ਜਿਹੜਾ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ ਤੇ ਮੈਨੂੰ ਉਹ ਸੁੱਖ, ਮੈਨੂੰ ਉਹ ਮਾਣ, ਆਦਰ, ਸਤਿਕਾਰ ਮਿਲੇ ਜਿਹੜਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਮਿਲਿਆ ਹੈ, ਤੇ ਜੇ ਪੁੱਛੀਏ ਵੀ ਕੰਮ ਕੀ ਕਰਨਾ ਤੇ ਕਵੇ ਮੈਂ ਤੇ ਝੂਠ ਬੋਲਣਾ, ਮੈਂ ਤਾਂ ਨਸ਼ਿਆਂ ਦੀ ਤਸਕਰੀ ਕਰਨਾ, ਤੇ ਭਲੇ ਪੁਰਸ਼ਾ ਇਹ ਕੰਮ ਕਰਕੇ ਤੇ ਸਤਿਕਾਰ ਭਾਈ ਮਤੀ ਦਾਸ ਵਾਲਾ ਚਾਹੁੰਦਾ ਪਿਆ, ਇਹ ਕਿਵੇਂ ਹੋਏਗਾ? ਬੇਵਕੂਫੀ ਹੈ ਨਾ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਉਹ ਮੂੜ ਹੈ, ਉਹ ਅਣਜਾਣ ਹੈ। ਜਿਸ ਨੂੰ ਸਤਿਗੁਰ ਮੇਲੇ ਸੋ ਗੁਣ ਰਵੈ, ਗੁਣ ਆਖ ਵਖਾਣੀ। ਹੁਣ ਰੀਸ ਕੀਤਿਆ ਕੁਝ ਹੱਥ ਨਹੀਂ ਆਉਂਦਾ। ਮਿਲਦਾ ਕੌਣ ਹੈ? ਜਿਸ ਨੂੰ ਸਤਿਗੁਰ ਮੇਲੇ, ਜਿਹਨੂੰ ਸਤਿਗੁਰ ਮਿਲਾਂਦਾ ਹੈ ਉਹ ਮਿਲਦਾ ਹੈ। ਤੇ ਉਹਦੀ ਨਿਸ਼ਾਨੀ ਕੀ ਹੈ? ਸੋ ਗੁਣ ਰਵੈ, ਉਹ ਗੁਣਾਂ ਦਾ ਧਾਰੀ ਹੁੰਦਾ ਹੈ। ਜਿਹਨੂੰ ਸਤਿਗੁਰ ਮਿਲਦਾ ਨਾ ਰੱਬ ਨਾਲ, ਉਹ ਮਿਲਦਾ ਹੈ। ਤੇ ਉਹ ਮਿਲਦਾ ਕਿਵੇਂ? ਉਹਦੀ ਨਿਸ਼ਾਨੀ ਕੀ ਹੈ? ਗੁਣ ਰਵੈ, ਉਹ ਗੁਣਾਂ ਦਾ ਉਚਾਰਨ ਕਰਦਾ ਹੈ, ਆਪਣੀ ਯਾਦ ਵਿੱਚ ਗੁਣਾਂ ਨੂੰ ਵਸਾਉਂਦਾ ਹੈ, ਉਹ ਗੁਣਾਂ ਦਾ ਧਾਰਨੀ ਹੈ। ਗੁਣ ਆਖ ਵਖਾਣੀ, ਉਹ ਗੁਣਾਂ ਵਾਲੀ ਬੋਲੀ ਬੋਲਦਾ ਹੈ, ਔਰ ਵਖਾਣੀ ਦਾ ਮਤਲਬ ਦੂਜਿਆਂ ਨੂੰ ਉਚਾਰਨ ਕਰਕੇ ਸੁਣਾਉਂਦਾ ਹੈ। ਉਹਦੇ ਹਿਰਦੇ ਵਿੱਚ, ਉਹਦੀ ਸੋਚ ਵਿੱਚ ਵੀ ਗੁਣ ਨੇ, ਉਹਦੇ ਬੋਲਾਂ ਵਿੱਚ ਵੀ ਗੁਣ ਨੇ। ਉਹ ਮਨ, ਬਚਨ, ਕਰਮ ਕਰਕੇ ਗੁਣਾਂ ਦਾ ਧਾਰਨੀ ਹੈ। ਜਿਹਨੂੰ ਸਤਿਗੁਰੂ ਮਿਲਾਂਦਾ ਹੈ ਉਹ ਮਿਲਦਾ ਹੈ। ਤੇ ਮਿਲਦਾ ਕਿਵੇਂ ਹੈ? ਗੁਣਾਂ ਦਾ ਧਾਰਨੀ ਹੋ ਕੇ, ਕਿਉਂਕਿ ਗੁਰੂ ਨੇ ਸਾਨੂੰ ਗੁਣਾਂ ਦੀ ਦਾਤ ਦੇਣੀ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਰੱਬ ਵਰਗੇ ਹੋ ਸਕੀਏ, ਤਾਂ ਸਿੰਪਲ ਗੱਲ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਣਾਂ ਬਾਰੇ ਸੋਚਣਾ, ਗੁਣਾਂ ਬਾਰੇ ਬੋਲਣਾ, ਔਰ ਗੁਣਾਂ ਵਾਲੀ ਜ਼ਿੰਦਗੀ ਜੀਣੀ। ਇਸ ਨੇਮ ਨੂੰ ਫੋਲੋ ਕਰਨਾ ਚਾਹੀਦਾ ਹੈ। ਇਹ ਉਹਨਾਂ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ ਦੇ ਨਾਲ ਮਿਲਾਇਆ ਹੈ। ਨਾਨਕ, ਇੱਥੇ ਥੋੜਾ ਵਿਸ਼ਰਾਮ ਲਗਾਵਾਂਗੇ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਬੁੱਝ ਦਾ ਮਤਲਬ ਬੁੱਝ ਕੇ, ਸਮਝ ਕੇ। ਸੱਚਾ ਸੱਚ ਹੈ ਦਾ ਮਤਲਬ ਪ੍ਰਭੂ ਸਦਾ ਸੱਚਾ ਹੈ। ਸੱਚਾ ਸੱਚ ਦਾ ਮਤਲਬ ਥਿਰ ਰਹਿਣ ਵਾਲਾ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ, ਸदैव ਹੈ। ਬੁੱਝ ਸੱਚ ਸਮਾਣੀ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਬੰਦਾ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ। ਬੁੱਝ ਸੱਚ, ਸੱਚ ਨੂੰ ਸਮਝ ਕੇ। ਸਮਾਣੀ ਦਾ ਮਤਲਬ ਸਮਾ ਜਾਂਦਾ ਹੈ।
ਜੇ ਕੋਈ ਇਸ ਸੱਚ ਨੂੰ ਸਮਝ ਲਵੇ ਕਿ ਰੱਬ ਸੱਚ ਹੈ, ਤੇ ਜੇ ਸੱਚ ਨੂੰ ਸਮਝ ਲਵੇ, ਮਤਲਬ ਸੱਚ ਨੂੰ ਮਨ ਵਚਨ ਕਰਮ ਕਰਕੇ ਅਪਣਾ ਲਵੇ, ਤਾਂ ਉਹ ਸੱਚ ਦੇ ਅੰਦਰ ਸਮਾ ਜਾਏਗਾ। ਮਨ ਵਿੱਚ ਵੀ ਸੱਚ, ਬੋਲਾਂ ਵਿੱਚ ਵੀ ਸੱਚ, ਬਿਹੇਵੀਅਰ ਦੇ ਅੰਦਰ ਵੀ ਸੱਚ। ਬੰਦਾ ਸੱਚ ਦੇ ਅੰਦਰ ਸਮਾ ਗਿਆ, ਰੱਬ ਦੇ ਅੰਦਰ ਸਮਾ ਗਿਆ, ਉਹ ਇਨਸਾਨ ਸਚਿਆਰ ਹੋ ਗਿਆ। ਤਾਂ ਰੱਬ ਸदैव ਹੈ, ਉਹ ਇੱਕ ਅਟਲ ਸੱਚਾਈ ਹੈ। ਇਸ ਸੱਚ ਨੂੰ ਸਮਝ ਕੇ, ਸੱਚ ਨੂੰ ਅਪਣਾ ਕੇ ਬੰਦਾ ਸੱਚ ਦੇ ਅੰਦਰ, ਰੱਬ ਦੇ ਅੰਦਰ ਸਦਾ ਲਈ ਸਮਾ ਜਾਂਦਾ ਹੈ। ਸ਼ਲੋਕ ਮਹਿਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਨਿਰੰਜਨ ਦਾ ਮਤਲਬ ਨਿਰਅੰਜਨ, ਮਾਇਆ ਦੇ ਪ੍ਰਭਾਵ ਤੋਂ ਰਹਿਤ। ਨਿਰੰਜਨ, ਜਿਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ, ਜਿਹਦੇ ਤੇ ਕਾਲਖ ਨਹੀਂ, ਜਿਹਦੇ ਅੰਦਰ ਕੋਈ ਵਿਕਾਰ ਔਰ ਦੋਸ਼ ਨਹੀਂ। ਅਮਰ ਦਾ ਮਤਲਬ ਸदैव, ਮੌਤ ਤੋਂ ਰਹਿਤ। ਨਿਰਭਉ, ਜਿਹਨੂੰ ਕਿਸੇ ਦਾ ਡਰ ਨਹੀਂ, ਜਿਹਦਾ ਕਿਸੇ ਨਾਲ ਵੈਰ ਨਹੀਂ। ਨਿਰੰਕਾਰ ਦਾ ਮਤਲਬ ਜਿਹਦਾ ਕੋਈ ਖਾਸ ਸਰੀਰ ਨਹੀਂ, ਕੋਈ ਵਿਸ਼ੇਸ਼ ਆਕਾਰ ਨਹੀਂ, ਜਿਹਦਾ ਕਿ ਇਹ ਸਰੀਰ ਵਰਗਾ ਹੈ, ਜਿਹਦੀ ਮੂਰਤ ਬਣਾਈ ਜਾ ਸਕੇ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਸੱਚਮੁੱਚ ਹੈ, ਹਰ ਸਤ ਸੱਚਮੁੱਚ ਹੈ। ਇੱਕ ਐਨਰਜੀ ਜਿਹਨੂੰ ਅਸੀਂ ਕਹਿੰਦੇ ਆ, ਕੋਈ ਪਾਵਰ ਕਹਿੰਦਾ ਹੈ, ਰੱਬ ਕਹਿੰਦਾ ਹੈ, ਰਾਮ ਕਹਿੰਦਾ ਹੈ, ਰਹੀਮ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਜਿਸ ਨੂੰ ਇੱਕ ਓੰਕਾਰ ਕਹਿ ਰਹੇ ਨੇ, ਇੱਕ ਲਗਾਤਾਰ, ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਜਗਤ ਦੀ ਉਤਪਤੀ, ਲੈਤਾ, ਪਾਲਨ, ਸੰਚਾਲਨ ਹੁੰਦਾ ਹੈ, ਵਾਸਤਵ ਵਿੱਚ ਹੈ। ਉਹ ਕੋਈ ਇੱਕ ਭਰਮ ਨਹੀਂ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ। ਅਮਰ ਦਾ ਮਤਲਬ ਕਾਲ ਰਹਿਤ ਹੈ। ਨਿਰਭਉ ਦਾ ਮਤਲਬ ਡਰ ਤੋਂ ਰਹਿਤ, ਵੈਰ ਤੋਂ ਰਹਿਤ, ਆਕਾਰ ਤੋਂ ਰਹਿਤ। ਤਾਂ ਰੱਬ ਕੌਣ ਹੈ? ਜਿਹਦਾ ਕੋਈ ਵਿਸ਼ੇਸ਼ ਆਕਾਰ ਨਹੀਂ, ਜਿਹਦੇ ਅੰਦਰ ਨਿਰਭੈਤਾ, ਨਿਰਵੈਰਤਾ, ਅਮਰਤਾ ਆਦਿਕ ਗੁਣ ਨੇ। ਉਹ ਇੱਕ ਪ੍ਰਭੂ ਹੈ, ਸਰਬ ਵਿਆਪਕ ਸੱਤਿਆ। ਤੇ ਇਹਨਾਂ ਗੁਣਾਂ ਦੇ ਵਿੱਚ ਲੀਨ ਹੋ ਜਾਣਾ ਹੀ ਰੱਬ ਦੇ ਵਿੱਚ ਲੀਨ ਹੋ ਜਾਣਾ ਹੈ। ਇਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਪਿਆ ਦਾ ਮਤਲਬ, ਜਪਨ ਦਾ ਮਤਲਬ ਹੁੰਦਾ ਹੈ ਜਾਣਨਾ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਕਰਕੇ ਰੱਬ ਨੂੰ ਜਾਣ ਲਿਆ, ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਨੂੰ ਜਾਣ ਲਿਆ, ਸਮਝ ਲਿਆ, ਇਹ ਗੱਲ ਨੂੰ ਫੋਲੋ ਕਰ ਲਿਆ ਕਿ ਰੱਬ ਜਗਤ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਰੱਬ ਦਾ ਹੁਕਮ ਹੀ ਇਸ ਦੁਨੀਆ ਦੇ ਵਿੱਚ ਸਾਰਾ ਕੁਝ ਕਰ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤਿੰਨ ਲੱਥਾ ਹਉਮੈ ਭਾਰ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲੈ ਜਾਂਦਾ ਹੈ। ਜਿਨ੍ਹਾਂ ਨੇ ਜਾਣ ਲਿਆ ਨਾ ਕਿ ਰੱਬ ਸਰਬ ਵਿਆਪਕ ਹੈ, ਹਰ ਥਾਂ ਤੇ ਰੱਬ ਸਮਾਇਆ ਹੋਇਆ ਹੈ, ਜਿਨਨੇ ਇਸ ਗੱਲ ਨੂੰ ਜਾਣ ਲਿਆ, ਤਿੰਨ ਲੱਥਾ ਹਉਮੈ ਭਾਰ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਹਉਮੈ ਦਾ ਭਾਰ ਲੈ ਗਿਆ। ਕਿਵੇਂ? ਹੁਣ ਮੈਂ ਇਹ ਕਹਿ ਰਿਹਾ ਕਿ ਮੈਂ ਰੱਬ ਤੋਂ ਵੱਖਰਾ ਹਾਂ, ਮੈਂ ਕਹਿ ਰਿਹਾ ਕਿ ਮੈਂ ਦੁਨੀਆ ਦੇ ਵਿੱਚ ਕੁਝ ਕਰ ਸਕਦਾ ਹਾਂ ਹੁਕਮ ਤੋਂ ਬਾਹਰ, ਤਾਂ ਇਹ ਮੇਰੀ ਬੇਵਕੂਫੀ ਹੋਏਗੀ। ਜੇ ਇੱਕ ਲਹਿਰ ਕਹੇ ਕਿ ਮੈਂ ਸਮੁੰਦਰ ਤੋਂ ਵੱਖਰੀ ਹਾਂ, ਮੇਰੀ ਵੱਖਰੀ ਹੋਂਦ ਹੈ। ਜੇ ਇੱਕ ਬੁਲਬੁਲਾ ਨਿੱਕਾ ਜਿਹਾ ਕਹੇ ਕਿ ਮੈਂ ਸਮੁੰਦਰ ਤੋਂ ਵੱਖਰਾ ਹਾਂ, ਮੇਰੀ ਵੱਖਰੀ ਹੋਂਦ ਹੈ, ਤਾਂ ਬੇਵਕੂਫੀ ਹੈ ਨਾ। ਇਹਨੂੰ ਹੀ ਹਉਮੈ ਕਹਿੰਦੇ ਨੇ। ਪਾਣੀ ਤੋਂ ਬਿਨਾ ਬੁਲਬੁਲਾ ਕਿਵੇਂ? ਸਮੁੰਦਰ ਤੋਂ ਬਿਨਾ ਬੁਲਬੁਲਾ ਕਿਵੇਂ? ਜੇ ਸਮੁੰਦਰ ਨਹੀਂ ਤੇ ਲਹਿਰ ਕਿੱਥੋਂ? ਜੇ ਰੱਬ ਨਹੀਂ ਤੇ ਮੈਂ ਕਿੱਥੋਂ? ਮੇਰੀ ਵੱਖਰੀ ਕੋਈ ਹੋਂਦ ਨਹੀਂ ਹੈ। ਜੇ ਰੱਬ ਇੱਕ ਦਰਿਆ ਹੈ ਤੇ ਮੈਂ ਉਹਦਾ ਹੀ ਇੱਕ ਬੁਲਬੁਲਾ ਹਾਂ। ਜੇ ਰੱਬ ਇੱਕ ਵਰਕਸ਼ ਹੈ ਤੇ ਮੈਂ ਉਹਦੀ ਹੀ ਇੱਕ ਟਹਿਣੀ ਪੱਤਾ ਹਾਂ। ਜੇ ਰੱਬ ਆ ਧਰਤੀ ਤੇ ਮੈਂ ਉਹਦਾ ਹੀ ਇੱਕ ਨਿੱਕਾ ਜਿਹਾ ਕਿਣਕਾ ਹਾਂ। ਵੱਖਰੀ ਹੋਂਦ ਨਹੀਂ ਹੈ। ਪਹਿਲੀ ਗੱਲ, ਮੇਰੀ ਵੱਖਰੀ ਕੋਈ ਹੋਂਦ ਨਹੀਂ। ਤੇ ਦੂਜੀ ਗੱਲ ਇਹ ਕਿ ਜਗਤ ਦੇ ਅੰਦਰ ਰੱਬ ਦਾ ਹੁਕਮ ਚੱਲਦਾ ਹੈ। ਹੁਕਮ ਰਜ਼ਾ ਭਾਣਾ, ਜਿਵੇਂ ਲੇਖ ਨਾ ਮਿਟੀ ਹੀ ਸਖੀ, ਜੋ ਲਿਖਿਆ ਕਰਤਾਰ। ਲੇਖ ਦਾ ਮਤਲਬ ਹੁਕਮ, ਹੁਕਮ, ਰਜ਼ਾ, ਭਾਣਾ, ਲੇਖ, ਇਹਨਾਂ ਸਾਰਿਆਂ ਦਾ ਮੀਨਿੰਗ ਹੈਗਾ ਸਿਸਟਮ, ਲਾ ਆਫ ਨੇਚਰ, ਕੁਦਰਤ ਦੀ ਨਿਯਮਾਵਲੀ। ਤੇ ਜੇ ਹੁਣ ਮੈਂ ਇਹ ਕਹਾਂ ਕਿ ਮੈਂ ਰੱਬੀ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹਾਂ, ਤਾਂ ਇਹ ਮੇਰੀ ਬੇਵਕੂਫੀ ਹੋਏਗੀ, ਇਹ ਹਉਮੈ ਹੋਏਗੀ। ਕੁਝ ਹੋਣਾ ਹੀ ਨਹੀਂ ਹੁਕਮ ਤੋਂ ਬਾਹਰ, ਮੈਂ ਕੀ ਕਰ ਸਕਦਾ? ਕਿ ਮੈਂ ਜਾਂ ਤੁਸੀਂ ਸਾਰੇ ਵੀਰ ਭੈਣਾਂ ਜਾਂ ਦੁਨੀਆ ਦਾ ਕੋਈ ਬੰਦਾ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਦਾ ਹੈ? ਨਹੀਂ ਰਹਿ ਸਕਦਾ।
ਕਿਉਂਕਿ ਹੁਕਮ ਤੋਂ ਬਿਨਾ ਕੋਈ ਹੋਣਾ ਹੀ ਨਹੀਂ। ਕਿ ਅਸੀਂ ਸੂਰਜ ਨੂੰ ਚੱਲਦੇ ਨੂੰ ਰੋਕ ਸਕਦੇ ਹਾਂ, ਚੜ੍ਹਦੇ ਨੂੰ, ਛਿਪਦੇ ਨੂੰ? ਕਿ ਧਰਤੀ ਨੂੰ ਚੰਦਰਮਾ ਦੇ ਸੂਰਜ ਦੇ ਚਫੇਰੇ ਘੁੰਮਣ ਤੋਂ ਕੋਈ ਰੋਕ ਸਕਦਾ? ਨਹੀਂ ਰੋਕ ਸਕਦਾ। ਤਾਂ ਹੁਕਮ ਤੋਂ ਬਿਨਾ ਕੁਝ ਹੋਣਾ ਹੀ ਨਹੀਂ। ਤਾਂ ਉਹਦੀ ਜ਼ਿੰਦਗੀ ਚੋਂ ਇਹ ਹਉਮੈ ਦਾ ਭਾਰ ਲੈ ਜਾਏਗਾ। ਉਹਨੂੰ ਸਮਝ ਆ ਜਾਏਗੀ ਕਿ ਮੈਂ ਰਜਾ ਦੇ ਵਿੱਚ ਤੁਰਨਾ ਹੈ, ਰਜਾ ਵਿੱਚ ਤੁਰਨ ਦੇ ਅੰਦਰ ਹੀ ਸੌਖ ਹੈ, ਮੇਰੇ ਹੱਥ ਵਿੱਚ ਹੁਕਮ ਤੋਂ ਬਾਹਰ ਕਰਨ ਲਈ ਕੁਝ ਨਹੀਂ ਹੈ। ਫਿਰ ਉਹਦੀ ਜ਼ਿੰਦਗੀ ਵਿੱਚੋਂ ਇਹ ਵੀ ਹਉਮੈ ਲੈ ਜਾਏਗੀ ਕਿ ਮੈਂ ਵੱਖਰਾ ਹਾਂ। ਰੱਬ ਦੇ ਅੰਦਰ ਉਹ ਮਿਲਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰੇਗਾ। ਤੇ ਜਦੋਂ ਇਹਦੀ ਵੱਖਰੀ ਹੋਂਦ ਹਸਤੀ ਖਤਮ ਹੋ ਜਾਏਗੀ, ਰੱਬੀ ਰਜਾ ਦੇ ਵਿੱਚ ਤੁਰਨਾ ਸ਼ੁਰੂ ਕਰੇਗਾ ਤੇ ਰੱਬ ਦਾ ਰੂਪ ਹੋ ਜਾਏਗਾ। ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਜੈਕਾਰ ਦਾ ਮਤਲਬ ਵਡਿਆਈ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਨੇ, ਜੋ ਗੁਰੂ ਦੀ ਸ਼ਰਨ ਵਿੱਚ ਨੇ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ ਹੈ। ਯਾਨੀ ਗੁਰੂ ਤੋਂ ਜਿਨ੍ਹਾਂ ਨੇ ਗਿਆਨ ਦੀ ਦਾਤ ਲਈ ਹੈ, ਜੀਵਨ ਜਾਚ ਸਿੱਖੀ ਹੈ, ਗੁਰੂ ਦੀ ਸ਼ਰਨ ਵਿੱਚ ਆਏ ਨੇ। ਹਰ ਆਰਾਧਿਆ, ਜਿਨ੍ਹਾਂ ਨੇ ਹਰੀ ਨੂੰ ਯਾਦ ਵਿੱਚ ਵਸਾਇਆ ਹੈ। ਆਰਾਧਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਦਸਮ ਦੁਆਰ ਵਿੱਚ ਪ੍ਰਾਨ ਚੜਾਏ ਨੇ, ਜਾਂ ਸਮਾਧੀਆਂ ਲਾਈਆਂ ਨੇ, ਜਾਂ ਮਾਲਾ ਫੇਰੀ ਹੈ। ਆਰਾਧਨ ਦਾ ਮਤਲਬ ਹੁੰਦਾ ਹੈ ਯਾਦ ਦੇ ਅੰਦਰ ਟਿਕਾਣਾ। ਮੇਰੀ ਯਾਦ ਦੇ ਅੰਦਰ ਰੱਬੀ ਗੁਣ ਹੋਣ, ਮੈਨੂੰ ਹਮੇਸ਼ਾ ਇਹ ਚੀਜ਼ ਯਾਦ ਰਹੇ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਮੈਂ ਰੱਬੀ ਰਜ਼ਾ ਵਿੱਚ ਤੁਰਨਾ ਹੈ, ਰੱਬ ਦੇ ਗੁਣਾਂ ਨੂੰ ਮੈਂ ਫੋਲੋ ਕਰਨਾ ਹੈ, ਮੈਂ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੈ। ਤਾਂ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਰੱਬੀ ਗੁਣਾਂ ਨੂੰ ਯਾਦ ਰੱਖਿਆ, ਰੱਬ ਨੂੰ ਆਪਣੀ ਯਾਦ ਵਿੱਚ ਟਿਕਾਇਆ, ਤਿੰਨ ਸੰਤ ਜਨਾ ਜੈਕਾਰ। ਇੱਥੇ ਸੰਤ ਦਾ ਮਤਲਬ ਹੈ ਸ਼ਾਂਤ। ਉਹ ਇਨਸਾਨ ਸ਼ਾਂਤ ਨੇ, ਉਹਨਾਂ ਦੇ ਅੰਦਰ ਵਿਕਾਰਾਂ ਦੀ ਜਲਨ ਨਹੀਂ ਹੈ। ਜੈਕਾਰ ਦਾ ਮਤਲਬ ਉਹਨਾਂ ਦੀ ਫਿਰ ਜੈ ਜੈਕਾਰ ਹੁੰਦੀ ਹੈ। ਜਿਹੜੇ ਐਸੇ ਪ੍ਰਭੂ ਦੇ ਪਿਆਰੇ ਸ਼ਾਂਤ ਚਿੱਤ ਵਾਲੇ ਨੇ, ਉਹਨਾਂ ਨੂੰ ਫਿਰ ਜਗਤ ਵਿੱਚ ਵਡਿਆਈ ਮਿਲਦੀ ਹੈ, ਉਹਨਾਂ ਨੂੰ ਜਗਤ ਦੇ ਅੰਦਰ ਮਾਣ ਮਿਲਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਹਿਰਦਾ ਸ਼ਾਂਤ ਹੋਵੇ, ਤਾਂ ਸਾਨੂੰ ਵੀ ਚਾਹੀਦਾ ਹੈ ਅਸੀਂ ਗੁਰਬਾਣੀ ਆਪ ਪੜ੍ਹੀਏ, ਗੁਰਬਾਣੀ ਵਿਚਾਰੀਏ, ਰੱਬੀ ਗੁਣਾਂ ਦੇ ਧਾਰਨੀ ਹੋਈਏ, ਜਿਸ ਕਰਕੇ ਸਾਡੇ ਅੰਦਰ ਬਲਦੀ ਹੋਈ ਵਿਕਾਰਾਂ ਦੀ ਅੱਗ ਬੁਝ ਜਾਏ, ਅਸੀਂ ਵੀ ਸ਼ਾਂਤ ਹੋਈਏ, ਸਾਨੂੰ ਵੀ ਦੁਨੀਆ 'ਚ ਮਾਨ ਆਦਰ ਸਤਕਾਰ ਮਿਲੇਗਾ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ। ਹੁਣ ਗੁਰੂ ਜੀ ਕਹਿੰਦੇ ਨੇ, ਜੇ ਕੋਈ ਪੂਰੇ ਗੁਰੂ ਦੀ ਨਿੰਦਿਆ ਕਰੇ, ਪੂਰੇ ਗੁਰੂ ਦੀ ਨਿੰਦਿਆ ਕਰਨ ਦਾ ਮਤਲਬ ਜੇ ਕੋਈ ਪੂਰੇ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਬੋਲੇ ਕਿ ਇਹ ਗਲਤ ਹੈ, ਤਾਂ ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਦਾ ਮਤਲਬ, ਫਿੱਟ ਫਿੱਟ ਕਹੇ ਦਾ ਮਤਲਬ ਫਿਟਕਾਰਾਂ ਪਾਉਂਦਾ ਹੈ, ਲਾਹਨਤਾਂ ਪਾਉਂਦਾ ਹੈ। ਐਸੇ ਇਨਸਾਨ ਨੂੰ ਦੁਨੀਆ ਦਾ ਹਰ ਬੰਦਾ ਲਾਨਤ ਪਾਏਗਾ, ਫਿਟਕਾਰ ਪਾਏਗਾ, ਜੇ ਕੋਈ ਗੁਰੂ ਦੀ ਨਿੰਦਿਆ ਕਰੇ। ਹੁਣ ਦੇਖੋ, ਗੁਰੂ ਜੀ ਕਹਿ ਰਹੇ ਨੇ ਵੀ ਸੱਚ ਬੋਲੋ, ਸਾਰਿਆਂ ਵਿੱਚ ਇੱਕ ਰੱਬ ਨੂੰ ਵੇਖੋ, ਸਾਰਿਆਂ ਦੇ ਨਾਲ ਪਿਆਰ ਕਰੋ, ਸ਼ੁਭ ਗੁਣਾਂ ਦੇ ਧਾਰਨੀ ਹੋਵੋ, ਰੱਬੀ ਰਜਾ ਦੇ ਵਿੱਚ ਤੁਰੋ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣੋ। ਤੇ ਜੇ ਕੋਈ ਬੰਦਾ ਇਹਨਾਂ ਸਿਧਾਂਤਾਂ ਦੇ ਖਿਲਾਫ ਬੋਲੇ, ਤਾਂ ਫਿਰ ਲਾਹਨਤਾਂ ਹੀ ਪੈਣਗੀਆਂ ਨਾ, ਲਾਹਨਤਾਂ ਹੀ ਪੈਣਗੀਆਂ। ਕਿਉਂਕਿ ਗੁਰੂ ਜੀ ਸਾਨੂੰ ਸੱਚ ਦੇ ਨਾਲ ਜੋੜ ਰਹੇ ਨੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਕੋਈ ਹੁਣ ਇਸ ਸਿਧਾਂਤ ਦੇ ਖਿਲਾਫ ਬੋਲੇ, ਤਾਂ ਫਿਰ ਲਾਹਨਤਾਂ ਹੀ ਪੈਣਗੀਆਂ, ਕਿਉਂਕਿ ਸਾਰਾ ਜਗਤ ਪੈਦਾ ਹੀ ਇੱਕ ਨੂਰ ਤੋਂ ਹੋਇਆ ਤੇ ਬ੍ਰਹਿਮੰਡੀ ਸੱਚ ਹੈ ਨਾ। ਤਾਂ ਇਸ ਲਈ ਜਿਹੜਾ ਪੂਰੇ ਗੁਰੂ ਦੇ ਖਿਲਾਫ ਬੋਲਦਾ ਹੈ, ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਉਹਨੂੰ ਸੰਸਾਰ ਤੋਂ ਲਾਹਨਤਾਂ ਪੈਂਦੀਆਂ ਨੇ, ਉਹਨੂੰ ਵਡਿਆਈ ਨਹੀਂ ਮਿਲਦੀ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਫੋਲੋ ਕਰੀਏ, ਅਸੀਂ ਵੀ ਗੁਰੂ ਦੇ ਨਿੰਦਕ ਨਾ ਬਣੀਏ। ਜੇ ਕੋਈ ਗੁਰੂ ਦਾ ਨਿੰਦਕ ਬਣੇਗਾ ਤਾਂ ਭਾਈ ਲਾਹਨਤਾਂ ਪੈਣਗੀਆਂ। ਜੇ ਕੋਈ ਗੁਰੂ ਦੀ ਵਡਿਆਈ ਕਰੇਗਾ, ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਉਹਨੂੰ ਮਾਣ ਆਦਰ ਸਤਕਾਰ ਮਿਲੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਸਤਿਗੁਰ ਦੇ ਅੰਦਰ ਪ੍ਰਭੂ ਆਪ ਵਰਤ ਰਿਹਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।
ਗੁਰੂ ਔਰ ਰੱਬ ਦੋ ਨਹੀਂ ਹਨ। ਗੁਰੂ ਜੀ ਕਹਿੰਦੇ ਨੇ ਗੁਰ ਪਰਮੇਸ਼ਰ ਏਕੋ ਜਾਨ, ਗੁਰ ਕੈ ਸ਼ਬਦ ਮੰਤਰ ਮਨਮਾਨ। ਗੁਰੂ ਔਰ ਰੱਬ ਇੱਕ ਨੇ। ਗੁਰੂ ਔਰ ਰੱਬ ਵਿੱਚ ਕੋਈ ਫਰਕ ਨਹੀਂ। ਗੁਰੂ ਔਰ ਰੱਬ ਆਤਮਿਕ ਤੌਰ ਤੇ ਇੱਕ ਨੇ, ਸੋਚ ਇੱਕ ਹੈ। ਗੁਰੂ ਦੇ ਅੰਦਰ ਆਪ ਰੱਬ ਵਰਤ ਰਿਹਾ ਹੈ, ਯਾਨੀ ਜਿੰਨੇ ਵੀ ਰੱਬੀ ਗੁਣ ਨੇ ਜੋ ਮੂਲ ਮੰਤਰ ਦੇ ਵਿੱਚ ਦਰਸਾਏ ਗਏ ਨੇ, ਉਹ ਗੁਰੂ ਦੇ ਅੰਦਰ ਮੌਜੂਦ ਨੇ ਆਤਮਿਕ ਤੌਰ ਤੇ। ਆਪ ਹੀ ਰੱਬ ਰੱਖਣ ਵਾਲਾ ਹੈ, ਰਾਖੀ ਕਰਨ ਵਾਲਾ ਹੈ। ਇਸ ਲਈ ਗੁਰੂ ਔਰ ਰੱਬ ਇੱਕ ਰੂਪ ਕਰਕੇ ਜਾਣਨਾ ਤੇ ਗੁਰੂ ਦਾ ਫਿਰ ਕੋਈ ਵਿਗਾੜ ਨਹੀਂ ਪਾਏਗਾ। ਜਿਹੜਾ ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ ਉਹਨੂੰ ਫਿਰ ਆਪ ਰੱਬ ਹੀ ਰੱਖਣ ਵਾਲਾ ਹੈ, ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਉਹਨੂੰ ਬਚਾਏਗਾ। ਧੰਨ ਧੰਨ ਗੁਰੂ ਗੁਣ ਗਾਉਂਦਾ, ਤਿਸ ਨੂੰ ਸਦਾ ਸਦਾ ਨਮਸਕਾਰ। ਧੰਨ ਹੈ ਉਹ ਗੁਰੂ ਜੋ ਹਰੀ ਦੇ ਗੁਣ ਗਾ ਰਿਹਾ ਹੈ, ਤਿਸ ਨੂੰ ਸਦਾ ਸਦਾ ਨਮਸਕਾਰ। ਤੇ ਉਹਦੇ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ। ਜਿਹੜਾ ਗੁਰੂ ਹਰੀ ਦੇ ਗੁਣ ਗਾ ਰਿਹਾ ਹੈ ਉਹਦੇ ਅੱਗੇ ਸਿਰ ਨਿਵਾਣਾ ਚਾਹੀਦਾ, ਮੱਥਾ ਟੇਕਣਾ ਚਾਹੀਦਾ, ਮਤਲਬ ਝੁਕਣਾ ਚਾਹੀਦਾ। ਭਾਵ ਕਿ ਉਹਦੇ ਹਰ ਗੱਲ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਸਦਾ ਸਦਾ ਨਮਸਕਾਰ ਕਰਨ ਦਾ ਮਤਲਬ ਕਿ ਉਹਦੇ ਅੱਗੇ ਸਿਰ ਨਿਵਾਣਾ, ਉਹਦੀ ਹਰ ਗੱਲ ਨੂੰ ਮੰਨਣਾ ਚਾਹੀਦਾ ਹੈ, ਫੋਲੋ ਕਰਨਾ ਚਾਹੀਦਾ ਹੈ। ਜਿਹੜਾ ਗੁਰੂ ਰੱਬ ਦੇ ਗੁਣ ਗਾ ਰਿਹਾ ਹੈ, ਧੰਨਤਾ ਯੋਗ ਹੈ ਉਹ। ਹੁਣ ਦੇਖੋ, ਗੁਰੂ ਇਸ ਦੁਨੀਆ ਵਿੱਚ ਆਪ ਨੂੰ ਬਹੁਤ ਮਿਲ ਜਾਣਗੇ। ਕਿੰਨੇ ਸਾਰੇ ਗੁਰੂ ਨੇ, ਕਿੰਨੇ ਸਾਰੇ ਦੇਹਧਾਰੀ ਡੇਰੇ ਚੱਲ ਰਹੇ ਨੇ, ਲੇਕਿਨ ਆਮ ਅਸੀਂ ਦੇਖਦੇ ਹਾਂ ਕਿ ਕਰਮ ਕਾਂਡ ਦਰਸਾਏ ਜਾ ਰਹੇ ਨੇ ਕਿ ਦਸਮ ਦੁਆਰ ਵਿੱਚ ਸਮਾਧੀਆਂ ਚੜਾਓ। ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਦਸਮ ਦੁਆਰ ਵਿੱਚ ਧਿਆਨ ਟਿਕਾਓ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਇਹਦੇ ਬਾਰੇ? ਉਹ ਕਹਿੰਦੇ ਨੇ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਕਿ ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਨਾਲ ਮਨ ਨਿਰਮਲ ਨਹੀਂ ਹੁੰਦਾ। ਇਹੋ ਜਿਹੇ ਕੰਮਾਂ ਵਿੱਚ ਲੱਗਾ ਹੋਇਆ ਮੂਰਖ ਮੁੜ ਮੁੜ ਕੇ ਜਨਮਦਾ ਹੈ, ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ। ਇਸ ਲਈ ਗੁਰੂ ਸਾਨੂੰ ਰੱਬ ਦੇ ਨਾਲ ਜੋੜ ਰਿਹਾ ਹੈ, ਇਹੋ ਜਿਹੀਆਂ ਸਮਾਧੀਆਂ ਦੇ ਨਾਲ ਗੁਰੂ ਸਾਨੂੰ ਨਹੀਂ ਜੋੜਦਾ। ਹੁਣ ਇੱਕ ਬੰਦਾ ਕਹਿ ਰਿਹਾ ਹੈ ਕਿ ਤੁਸੀਂ ਸੁਚਮਤਾ ਰੱਖੋ, ਸੁਚਮਤਾ ਨਾਲ ਰੱਬ ਮਿਲੇਗਾ। ਦੂਜਾ ਕਹਿ ਰਿਹਾ ਹੈ ਤੁਸੀਂ ਮੌਨ ਧਾਰਨ ਕਰੋ, ਸਮਾਧੀਆਂ ਲਾਓ। ਤੀਜਾ ਕਹਿ ਰਿਹਾ ਹੈ ਸਿਆਣਪਾਂ ਗਿਆਨ ਦੇ ਨਾਲ, ਚਲਾਕੀਆਂ ਨਾਲ। ਚੌਥਾ ਕਹਿ ਰਿਹਾ ਹੈ ਪਹਿਲਾਂ ਮਨ ਨੂੰ ਰਜਾ ਲਓ। ਤੇ ਗੁਰੂ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕਰ ਰਹੇ ਨੇ। ਸੋਚੈ ਸੋਚ ਨਾ ਹੋਵੇ, ਜਪਜੀ ਸਾਹਿਬ ਦੇ ਵਿੱਚ ਹੀ ਕਰਤਾ ਖੰਡਨ। ਚੁੱਪੈ ਚੁੱਪ ਨਾ ਹੋਵੇ, ਸਮਾਧੀਆਂ ਲਾਉਣ ਨਾਲ ਮਨ ਚੁੱਪ ਨਹੀਂ ਹੁੰਦਾ। ਭੁੱਖਿਆਂ ਭੁੱਖ ਨਾ ਉਤਰੀ, ਤ੍ਰਿਸ਼ਨਾ ਦੇ ਅਧੀਨ ਰਿਹਾ ਮਨ ਕਦੇ ਸ਼ਾਂਤ ਨਹੀਂ ਹੁੰਦਾ। ਸਹਿ ਸਿਆਣਪਾਂ ਲੱਖ ਹੋਏ, ਹਜ਼ਾਰਾਂ ਲੱਖਾਂ ਸਿਆਣਪਾਂ ਚਤੁਰਾਈਆਂ ਹੋਣ, ਪ੍ਰਭੂ ਨਹੀਂ ਮਿਲਦਾ। ਹੁਣ ਸਾਨੂੰ ਕਿਹਾ ਜਾ ਰਿਹਾ ਹੈ ਤੁਸੀਂ ਨੰਗੇ ਪੈਰੀਂ ਯਾਤਰਾ ਕਰੋ, ਤੁਸੀਂ ਜਦ ਧਰਤੀ ਦੇ ਉੱਤੇ ਵਿਚਰੋ, ਤੁਸੀਂ ਸੰਸਾਰ ਦਾ ਤਿਆਗ ਕਰੋ। ਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਪੱਗ ਉਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਗੁਰੂ ਜੀ ਸਾਨੂੰ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਕਿ ਗੁਣ ਗਾ ਕੇ ਗੁਣੀ ਦੇ ਅੰਦਰ ਸਮਾ ਜਾਓਗੇ। ਇਹ ਗੱਲਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਮਿਲ ਰਹੀਆਂ ਨੇ। ਇਸ ਲਈ ਸਾਨੂੰ ਬਾਕੀ ਸਭ ਦੇਹਧਾਰੀ ਡੇਰਿਆਂ ਡੂਰਿਆਂ ਨੂੰ ਛੱਡ ਕੇ ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰਨਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਸ਼ੀਸ਼ ਝੁਕਾਉਣਾ ਚਾਹੀਦਾ ਹੈ, ਸਮਰਪਣ ਹੋਣਾ ਚਾਹੀਦਾ ਹੈ। ਮੱਥਾ ਟੇਕਦਿਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸਾਡਾ ਹੱਕ ਹੈ, ਸਾਡਾ ਫਰਜ਼ ਹੈ, ਪਰ ਇਹਦੇ ਮੀਨਿੰਗ ਨੂੰ ਸਮਝਣਾ ਚਾਹੀਦਾ ਹੈ। ਮੱਥਾ ਟੇਕਣ ਦਾ ਮੀਨਿੰਗ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪ੍ਰੋਮਿਸ ਕਰ ਰਹੇ ਹਾਂ ਕਿ हे ਪਾਤਸ਼ਾਹ, ਜੋ ਆਪ ਦੀ ਪਾਵਨ ਬਾਣੀ ਵਿੱਚ ਫਿਲਾਸਫੀ, ਵਿਚਾਰਧਾਰਾ, ਸਿਧਾਂਤ ਦਿੱਤੇ ਗਏ ਨੇ, ਮੈਂ ਇਹਨਾਂ ਨੂੰ ਸਿਰ ਮੱਥੇ ਮੰਨਣ ਦੀ ਪ੍ਰੋਮਿਸ ਕਰਦਾ ਹਾਂ। ਔਰ ਇਹ ਸਾਨੂੰ ਕਰਨਾ ਚਾਹੀਦਾ ਹੈ, ਸਾਡਾ ਹੱਕ ਵੀ ਹੈ, ਫਰਜ਼ ਵੀ ਹੈ। ਸਾਨੂੰ ਇਸ ਮਾਰਗ ਤੇ ਤੁਰਨਾ ਚਾਹੀਦਾ ਹੈ। ਧੰਨ ਹੈ ਉਹ ਗੁਰੂ ਜਿਹੜਾ ਰੱਬੀ ਗੁਣ ਗਾ ਰਿਹਾ ਹੈ। ਐਸੇ ਗੁਰੂ ਅੱਗੇ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਜਨ ਨਾਨਕ ਤਿਨ ਕੋ ਵਾਰਿਆ, ਵਾਰਿਆ ਦਾ ਮਤਲਬ ਕੁਰਬਾਨ, ਸਦਕੇ। ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਤੋਂ ਸਦਕੇ ਹਾਂ, ਬਲਿਹਾਰ ਹਾਂ। ਜਿਨ ਜਪਿਆ, ਜਪਨ ਦਾ ਮਤਲਬ ਹੁੰਦਾ ਹੈ ਜਾਣਨਾ। ਜਿਨ ਜਪਿਆ ਦਾ ਮਤਲਬ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੇ ਸਿਰਜਣਹਾਰ ਦੇ ਨਾਲ ਸਾਂਝ ਪਾ ਲਈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਜਾਣ ਲਿਆ, ਮੈਂ ਉਹਨਾਂ ਤੋਂ ਕੁਰਬਾਨ ਵਾਰਨੇ ਸਦਕੇ ਹਾਂ।
ਹੁਣ ਰੱਬ ਨੂੰ ਜਾਣਨਾ ਕੀ ਹੈ, ਥੋੜਾ ਜਿਹਾ ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਇਸ ਚੀਜ਼ ਨੂੰ ਫੋਲੋ ਨਹੀਂ ਕੀਤਾ ਹੈ। ਵੈਸੇ ਮੈਂ ਰੋਜ਼ ਬੇਨਤੀਆਂ ਕਰ ਰਿਹਾ ਹਾਂ, ਅਸੀਂ ਰੋਜ਼ ਪੜ੍ਹਦੇ ਜ਼ਰੂਰ ਹਾਂ, ਸਭ ਮੈਂ ਜੋਤ ਜੋਤ ਹੈ ਸੋਏ, ਕਿ ਸਾਰਿਆਂ ਵਿੱਚ ਇੱਕ ਰੱਬ ਦੀ ਜੋਤ ਹੈ। ਘਟ ਘਟ ਮੈਂ ਹਰ ਜੂ ਬਸੇ, ਅਸੀਂ ਰੋਜ਼ ਪੜ੍ਹ ਰਹੇ ਹਾਂ। ਸਭ ਹੈ ਘਟ ਰਾਮ ਬੋਲੇ, ਅਸੀਂ ਰੋਜ਼ ਪੜ੍ਹ ਰਹੇ ਹਾਂ। ਸਾਨੂੰ ਇਹ ਸਾਰੀਆਂ ਪੰਕਤੀਆਂ ਯਾਦ ਵੀ ਨੇ, ਇਹਨਾਂ ਦੇ ਮੀਨਿੰਗ ਵੀ ਯਾਦ ਨੇ। ਪਰ ਹੁਣ ਅਸੀਂ ਆਪਣੀ ਅਮਲੀ ਜ਼ਿੰਦਗੀ ਵੇਖੀਏ ਕਿ ਸਭ ਹੈ ਘਟ ਰਾਮ ਬੋਲੇ, ਕਿ ਸਾਡੇ ਅੰਦਰੋਂ ਰੱਬ ਬੋਲ ਰਿਹਾ ਹੈ, ਕਿ ਅਸੀਂ ਰੱਬ ਨੂੰ ਅੰਦਰੋਂ ਬੋਲਣ ਦਿੰਦੇ ਹਾਂ। ਜੇ ਤੇ ਅੰਦਰੋਂ ਰੱਬ ਨੂੰ ਬੋਲਣ ਦੇ ਰਹੇ ਹਾਂ ਤਾਂ ਸਾਡੀ ਜ਼ਿੰਦਗੀ ਮੁਬਾਰਕ ਹੈ, ਤੇ ਜੇ ਅਸੀਂ ਰੱਬ ਨੂੰ ਬੋਲਣ ਹੀ ਨਹੀਂ ਦੇ ਰਹੇ, ਅੰਦਰੋਂ ਜਦੋਂ ਅਸੀਂ ਝੂਠ ਬੋਲਦੇ ਹਾਂ, ਅੰਦਰੋਂ ਆਵਾਜ਼ ਆਉਂਦੀ ਵੀ ਝੂਠ ਨਾ ਬੋਲ, ਪਰ ਅਸੀਂ ਇਸ ਆਵਾਜ਼ ਨੂੰ ਦਬਾ ਦਿੰਦੇ ਹਾਂ। ਅੰਦਰੋਂ ਦਇਆ, ਪ੍ਰੇਮ, ਇਨਸਾਨੀਅਤ, ਨਿਰਭੈਤਾ, ਨਿਰਵੈਰਤਾ, ਸੱਚਾਈ, ਉੱਚਾ ਸੁੱਚਾ ਆਚਰਣ, ਕੀ ਇਹਨਾਂ ਚੀਜ਼ਾਂ ਨੂੰ ਅਸੀਂ ਬੋਲਣ ਦਿੱਤਾ, ਬਾਹਰ ਆਉਣ ਦਿੱਤਾ? ਕਿ ਸਾਡੇ ਬੋਲ ਸਾਰਿਆਂ ਦੇ ਨਾਲ ਰੱਬ ਵਰਗੇ ਨੇ? ਤਾਂ ਇਮਾਨਦਾਰੀ ਨਾਲ ਜੇ ਉੱਤਰ ਦਿਆਂਗੇ ਤਾਂ ਬਹੁਤਿਆਂ ਦਾ ਉੱਤਰ ਇਹ ਹੋਣਾ, ਨਹੀਂ, ਐਸਾ ਨਹੀਂ ਹੈ, ਐਸੇ ਸਾਡੇ ਬੋਲ, ਐਸਾ ਸਾਡਾ ਵਿਹਾਰ ਨਹੀਂ। ਸਭ ਮੈਂ ਜੋਤ ਜੋਤ ਹੈ ਸੋਏ, ਕਿ ਸਾਰਿਆਂ ਦੇ ਨਾਲ ਅਸੀਂ ਰੱਬ ਵਰਗਾ ਪਿਆਰ ਕਰਦੇ ਹਾਂ, ਰੱਬ ਵਰਗਾ ਵਿਹਾਰ ਕਰਦੇ ਹਾਂ। ਤਾਂ ਇਮਾਨਦਾਰੀ ਦੇ ਨਾਲ ਜਦੋਂ ਉੱਤਰ ਦਿਆਂਗੇ ਤਾਂ ਬਹੁਤਿਆਂ ਦਾ ਉੱਤਰ ਇਹ ਹੋਣਾ ਕਿ ਨਹੀਂ, ਐਸਾ ਤੇ ਨਹੀਂ ਕਰਦੇ। ਤਾਂ ਫਿਰ ਨਾ ਜਾਣਿਆ ਨਿਰੰਕਾਰ ਨੂੰ, ਫਿਰ ਜਪਣ ਦਾ ਅਰਥ ਕੀ ਹੋਇਆ? ਜਾਣਨ ਦਾ ਇਹਦਾ ਮਤਲਬ ਅਸੀਂ ਜਾਣਿਆ ਨਹੀਂ ਹੈ, ਸਮਝਿਆ ਨਹੀਂ ਹੈ, ਇਹ ਚੀਜ਼ ਨੂੰ ਫੋਲੋ ਨਹੀਂ ਕੀਤਾ, ਸਿਰਫ ਦਿਮਾਗੀ ਤੌਰ ਤੇ, ਜ਼ਬਾਨੀ ਤੌਰ ਤੇ ਅਸੀਂ ਗੱਲਾਂ ਕਹੀ ਜਾ ਰਹੇ ਹਾਂ। ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਇਹ ਸਚਾਈ ਹੈ। ਪਰ ਕੀ ਜੇ ਇਹ ਕਹੀ ਜਾਈਏ ਕਿ ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਪਰ ਰੋਟੀ ਖਾਈਏ ਨਾ, ਤਾਂ ਕੀ ਭੁੱਖ ਮਿਟ ਜਾਏਗੀ? ਨਹੀਂ ਮਿਟੇਗੀ ਨਾ। ਤੇ ਜੇ ਅਸੀਂ ਕਵੀਏ ਵੀ ਘਟ ਘਟ ਮੈਂ ਹਰ ਜੂ ਬਸੇ, ਸਭ ਮੈਂ ਜੋਤ ਜੋਤ ਹੈ ਸੋਏ, ਪਰ ਜੇ ਵਿਹਾਰ ਰੱਬ ਵਰਗਾ ਨਾ ਕਰੀਏ, ਇਹ ਚੀਜ਼ ਨੂੰ ਫੋਲੋ ਨਾ ਕਰੀਏ, ਤਾਂ ਕੀ ਇੱਕ ਦੂਜੇ ਵਿੱਚ ਰੱਬ ਦਿਸ ਜਾਏਗਾ? ਤਾਂ ਪ੍ਰੋਬਲਮ ਇੱਥੇ ਹੈ। ਗੁਰੂ ਜੀ ਕਹਿੰਦੇ ਨੇ, ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ, ਜਪਿਆ ਦਾ ਮਤਲਬ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੇ ਇਹਨਾਂ ਗੁਣਾਂ ਦੇ ਨਾਲ ਸਾਂਝ ਪਾ ਲਈ, ਸਿਰਜਣਹਾਰ ਨੂੰ ਸਮਝ ਲਿਆ ਕਿ ਸਾਰਿਆਂ ਵਿੱਚ ਵਿਆਪਕ ਹੈ, ਔਰ ਜਿਨ੍ਹਾਂ ਨੇ ਐਸਾ ਬਿਹੇਵ ਕੀਤਾ, ਮੈਂ ਉਹਨਾਂ ਤੋਂ ਕੁਰਬਾਨ ਹਾਂ। ਗੁਰੂ ਜੀ ਕਹਿੰਦੇ ਨੇ, ਮੈਂ ਸਦਕੇ ਜਾਂਦਾ ਹਾਂ ਐਸੇ ਇਨਸਾਨਾਂ ਤੋਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਦਾ ਮਾਣ ਕਰਦਾ ਹਾਂ, ਉਹਨਾਂ ਦਾ ਮੈਂ ਸਤਿਕਾਰ ਕਰਦਾ। ਤੇ ਕਿੰਨਾ ਕੁ ਸਤਿਕਾਰ ਕਰਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਦਾਨ ਮਹਿੰਦਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੇ ਮੈਨੂੰ ਐਸੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਏ, ਮੈਂ ਮੱਥੇ ਨਾਲ ਲਾਵਾਂ, ਮੈਂ ਆਪਣੇ ਆਪ ਨੂੰ ਵਡਭਾਗੀ ਸਮਝਾਂਗਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਤੇ ਕਬੀਰ ਜੀ ਤਾਂ ਕਹਿੰਦੇ ਨੇ, ਤਾਕ ਕੇ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਜਿਨ੍ਹਾਂ ਨੇ ਉਸ ਰੱਬ ਨੂੰ ਜਾਣ ਲਿਆ, ਜਿਨ੍ਹਾਂ ਨੇ ਇਹ ਵਰਤਾਰਾ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕੀਤਾ, ਕਬੀਰ ਜੀ ਕਹਿੰਦੇ ਨੇ, ਮੇਰੇ ਤਨ ਦੀ ਚਮੜੀ ਉਤਾਰ ਕੇ ਉਹਦੇ ਪੈਰਾਂ ਦੀਆਂ ਬੇਸ਼ੱਕ ਜੁੱਤੀਆਂ ਬਣਾ ਦਿਓ। ਇੰਨਾ ਮਾਣਯੋਗ ਹੈ, ਇੰਨਾ ਸਤਿਕਾਰਯੋਗ ਹੈ ਉਹ। ਪਰ ਕੌਣ? ਜਿਨ ਜਪਿਆ, ਜਿਨ੍ਹਾਂ ਨੇ ਜਾਣਿਆ ਹੈ, ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਹੈ, ਜਿਨ੍ਹਾਂ ਨੇ ਇੰਪਲੀਮੈਂਟ ਕੀਤਾ ਹੈ। ਨਿਰਾ ਰਾਮ ਵਾਹਿਗੁਰੂ ਅੱਲਾ ਕਰਨ ਵਾਲੇ ਨਹੀਂ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਮੂੰਹ ਮੇ ਰਾਮ ਬਗਲ ਮੇ ਛੁਰੀ ਵਾਲੀ ਗੱਲ ਨਾ ਹੋਵੇ। ਤਾਂ ਜਿਨ੍ਹਾਂ ਨੇ ਜਾਣਿਆ ਹੈ, ਜਿਨ੍ਹਾਂ ਨੇ ਉਹਨੂੰ ਆਪਣੇ ਮਨ ਦੇ ਅੰਦਰ ਵਸਾਇਆ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ, ਉਹਨਾਂ ਤੋਂ ਵਾਰਨੇ ਔਰ ਉਹਨਾਂ ਤੋਂ ਸਦਕੇ ਹਾਂ। ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਆਪ ਸਮਝੀਏ, ਗੁਰਬਾਣੀ ਨੂੰ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਇਹ ਬਹੁਤ ਸੌਖਾ ਮਾਰਗ ਹੈ, ਬੜਾ ਸੁਖਾਲਾ ਮਾਰਗ ਹੈ। ਇਹਨਾਂ ਗੁਣਾਂ ਦੇ ਧਾਰਨੀ ਬੜੇ ਪਿਆਰ ਨਾਲ ਹੋਇਆ ਜਾ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਵਿੱਚ ਹੈ। ਅਸੀਂ ਆਪਣਾ ਬਿਹੇਵੀਅਰ ਬੜਾ ਵਧੀਆ ਬਣਾ ਸਕਦੇ ਹਾਂ, ਇੱਕ ਦੂਜੇ ਨਾਲ ਪਿਆਰ ਨਾਲ ਬੋਲ ਸਕਦੇ ਹਾਂ, ਨਿਮਰਤਾ ਦੇ ਨਾਲ ਬੋਲ ਸਕਦੇ ਹਾਂ, ਵਿਹਾਰ ਚੰਗਾ ਕਰ ਸਕਦੇ ਹਾਂ। ਇਹ ਪੋਸੀਬਿਲਿਟੀ ਹਰ ਇਨਸਾਨ ਵਿੱਚ ਹੈ। ਤਾਂ ਸਾਨੂੰ ਗੁਰਬਾਣੀ ਪੜ੍ਹ ਕੇ, ਸਮਝ ਕੇ, ਇਸ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦਾ